ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਾੜੀ ਖਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅੱਜ ਸਵੇਰੇ ਸਰਦਾਰ ਸਤਵੀਰ ਸਿੰਘ ਦਰਦੀ, ਜਿਹੜੇ ਡਾਇਰੈਕਟਰ ਚੜ੍ਹਦੀ ਕਲਾ ਟਾਈਮ ਟੀਵੀ ਔਰ ਜਿਹੜਾ ਟਾਈਮ ਟੀਵੀ ਔਰ ਚੜ੍ਹਦੀ ਕਲਾ ਗਰੁੱਪ ਹੈ, ਉਸ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਦੇ ਛੋਟੇ ਪੁੱਤਰ ਪੂਰੇ ਹੋ ਗਏ। ਅਚਾਨਕ ਹੀ ਇਹ ਭਾਣਾ ਜਿਹੜਾ ਹੈ ਵਾਪਰਿਆ। ਇਸ ਕਰਕੇ ਇਸ ਅਦਾਰੇ ਦੇ ਵਿੱਚ ਅੱਜ ਸੋਗ ਦੀ ਲਹਿਰ ਹੈ, ਕਿਉਂਕਿ ਸਤਵੀਰ ਸਿੰਘ ਦਰਦੀ ਅਮਰੀਕਾ ਤੋਂ ਪੜ੍ਹ ਕੇ ਇੱਥੇ ਇੰਡੀਆ ਆ ਕੇ ਕਾਫੀ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਸੀ। ਉਹਨਾਂ ਦੇ ਜਾਣ ਦਾ ਸਾਨੂੰ ਬਹੁਤ ਦੁੱਖ ਹੈ ਔਰ ਅਸੀਂ ਜਿਹੜੇ ਦਰਦੀ ਪਰਿਵਾਰ ਨਾਲ ਇਸ ਪ੍ਰੋਗਰਾਮ ਦੇ ਰਾਹੀਂ ਜਿਹੜਾ ਹਮਦਰਦੀ ਪ੍ਰਗਟ ਕਰਦੇ ਹਾਂ। ਸੋ ਪਿਆਰੇ ਦਰਸ਼ਕੋ, ਹੁਣ ਜਿਹੜੇ ਆਪਾਂ ਅੱਜ ਦੇ ਟੌਪਿਕ ਦੀ ਗੱਲ ਕਰੀਏ ਉਹ ਇਹ ਹੈ ਕਿ ਦਿੱਲੀ ਪੁਲਿਸ ਨੇ ਰਵੀ ਦਿਸ਼ਾ ਨਾਂ ਦੀ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ। ਕਿਉਂ ਕੀਤਾ? ਤੁਹਾਨੂੰ ਯਾਦ ਹੋਏਗਾ ਕਿ ਬੰਗਲੁਰੂ ਤੋਂ ਜਿਹੜੀ 22 ਸਾਲ ਦੀ ਲੜਕੀ ਫੜੀ ਗਈ, ਇਹ ਉਹ ਕੁੜੀ ਹੈ ਜਿਹੜੀ ਸਵੀਡਨ ਦੀ ਵਾਤਾਵਰਨ ਨੂੰ ਪਿਆਰ ਕਰਨ ਵਾਲੀ ਸਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਗ੍ਰੇਟਾ ਥਨਬਰਗ ਹੈ। ਉਹਦਾ ਜਿਹੜਾ ਪ੍ਰੋਗਰਾਮ ਹੈ ਫਰਾਈਡੇ ਫਾਰ ਫਿਊਚਰ, ਉਸ ਪ੍ਰੋਗਰਾਮ ਦਾ ਇੰਡੀਆ ਦੇ ਵਿੱਚ ਉਹਦੀ ਹਿੱਸੇਦਾਰ ਇਹ ਸੀ। ਇੰਡੀਆ 'ਚ ਇਸਨੇ ਸ਼ੁਰੂ ਕੀਤਾ ਸੀ। ਸੋ ਇਸ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਕਿ ਜਿਹੜੀ ਇੱਕ ਟੂਲ ਕਿੱਟ ਗ੍ਰੇਟਾ ਨੇ ਆਪਣੀ ਟਵੀਟ ਦੇ ਵਿੱਚ ਸ਼ੇਅਰ ਕੀਤੀ ਸੀ। ਪੁਲਿਸ ਇਹ ਕਹਿ ਰਹੀ ਹੈ ਕਿ ਉਹ ਟੂਲ ਕਿੱਟ ਇਸਨੇ ਗ੍ਰੇਟਾ ਨੂੰ ਭੇਜੀ ਸੀ ਔਰ ਗ੍ਰੇਟਾ ਨੇ ਸਾਰੀ ਦੁਨੀਆ ਦੇ ਵਿੱਚ ਆਪਣੇ ਟਵੀਟ ਰਾਹੀਂ ਪਹੁੰਚਾਈ। ਦੂਜੀ ਗੱਲ ਇਹ ਸੀ ਕਿ ਜਿਹੜੀ ਇਹ ਟੂਲ ਕਿੱਟ ਹੈ, ਇਸ ਟੂਲ ਕਿੱਟ ਨੂੰ ਐਡਿਟ ਜਿਹੜਾ ਹੈ ਉਹ ਦਿਸ਼ਾ ਰਵੀ ਨੇ ਕੀਤਾ ਸੀ। ਇਹ ਹੈ ਦਿਸ਼ਾ ਰਵੀ ਦਾ ਪੱਖ। ਉਹ ਵੀ ਵਾਤਾਵਰਨ ਨੂੰ ਪਿਆਰ ਕਰਨ ਵਾਲੀ ਕਾਰਕੁਨ ਹੈ ਦਿਸ਼ਾ ਰਵੀ। 5 ਦਿਨ ਦਾ ਰਿਮਾਂਡ ਦਿੱਤਾ ਗਿਆ ਔਰ ਇਹ ਵੀ ਚਰਚਾ ਹੈ ਕਿ ਦਿਸ਼ਾ ਰਵੀ ਨੂੰ ਜਦੋਂ ਪੁਲਿਸ ਨੇ ਪੇਸ਼ ਕੀਤਾ, ਕੋਈ ਵਕੀਲ ਉਹਦੇ ਵੱਲੋਂ ਨਹੀਂ ਸੀ। ਇਹ ਵੀ ਇੱਕ ਇਨਫ੍ਰਿੰਜਮੈਂਟ ਹੈ। ਸਾਰੀ ਦੁਨੀਆ 'ਚ ਇਸ ਦਾ ਵਿਰੋਧ ਹੋ ਰਿਹਾ ਹੈ। ਮੀਨਾ ਹੈਰਿਸ ਨੇ ਇੱਕ ਵਾਰ ਫਿਰ, ਉਪ ਰਾਸ਼ਟਰਪਤੀ ਅਮਰੀਕਾ ਦੀ ਭਾਣਜੀ ਮੀਨਾ ਹੈਰਿਸ ਨੇ ਇੱਕ ਵਾਰ ਫਿਰ ਵਿਰੋਧ ਪ੍ਰਗਟ ਕੀਤਾ ਹੈ ਰਵੀ ਦਿਸ਼ਾ ਨੂੰ ਲੈ ਕੇ। ਗੱਲ ਇੱਥੇ ਖਤਮ ਨਹੀਂ ਹੋਈ, ਇਦੋਂ ਅੱਗੇ ਵਧੀ। ਰਵੀ ਦਿਸ਼ਾ ਦੇ 2 ਸਾਥੀ, ਇੱਕ ਨਿਤਿਕਾ ਜੈਕਬ ਤੇ ਦੂਸਰਾ ਸ਼ਾਂਤਨੂ, ਇਹਨਾਂ ਦੇ ਵੀ ਵਾਰੰਟ ਜਾਰੀ ਹੋ ਗਏ। ਹੁਣ ਜਿਹੜੀ ਨੀਤਕ ਹੈ ਉਹ ਦਿੱਲੀ ਹਾਈ ਕੋਰਟ 'ਚ ਪ੍ਰੈਕਟਿਸ ਕਰਦੀ ਹੈ, ਖੁਦ ਵਕੀਲ ਹੈ। ਉਹਨੇ ਟ੍ਰਾਂਜ਼ੈਂਟ ਦੀ ਜਿਹੜੀ ਅਗਾਊਂ ਜ਼ਮਾਨਤ ਹੈ ਕਿ ਅਸੀਂ ਮੁੰਬਈ ਤੋਂ ਦਿੱਲੀ ਆਉਣਾ ਹੈ, ਪੁਲਿਸ ਨਾ ਫੜ ਲੇ, ਉਸ ਜ਼ਮਾਨਤ ਲਈ ਜਿਹੜੀ ਹੈ ਅਰਜੀ ਪਾਈ ਸੀ। ਸੋ ਇਹ ਚੱਲ ਰਿਹਾ। ਹੁਣ ਤੁਹਾਡੇ ਮਨ 'ਚ ਇਹ ਹੋਵੇ ਕਿ ਟੂਲ ਕਿੱਟ ਕੀ ਹੁੰਦੀ ਹੈ। ਮੈਂ ਬਹੁਤ ਵਾਰ ਦੱਸ ਚੁੱਕਿਆ ਜਦੋਂ ਦੀ ਇਹ ਚਰਚਾ 'ਚ ਆਈ ਹੈ। ਅਸਲ ਦੇ ਵਿੱਚ ਟੂਲ ਕਿੱਟ ਕੋਈ ਖਾਸ ਗੱਲ ਨਹੀਂ ਹੁੰਦੀ। ਜਿਹੜੇ ਲੋਕਾਂ ਨੇ ਕੋਈ ਵੀ ਮੁਹਿੰਮ ਚਲਾਉਣੀ ਹੁੰਦੀ ਹੈ, ਉਹਨਾਂ ਦੀ ਯੋਜਨਾ ਨੂੰ ਆਪਾਂ ਟੂਲ ਕਿੱਟ ਕਹਿ ਸਕਦੇ ਹਾਂ ਕਿ ਇੰਨੀ ਤਰੀਕ ਨੂੰ ਅਸੀਂ ਇਹ ਕਰਨਾ ਹੈ। ਜੇ ਪੁਲਿਸ ਆ ਜਾਂਦੀ ਹੈ ਤਾਂ ਅਸੀਂ ਕਿਸ ਤਰ੍ਹਾਂ ਤੋਂ ਜਾਣਾ ਹੈ, ਟਵੀਟ ਕਿਸ ਤਰ੍ਹਾਂ ਕਰਨੇ ਨੇ, ਪ੍ਰਚਾਰ ਕਿਸ ਤਰ੍ਹਾਂ ਕਰਨਾ ਹੈ। ਕਈ ਥਾਵਾਂ 'ਤੇ ਜਿਵੇਂ ਇੱਥੇ ਕਿਹਾ ਗਿਆ ਹੈ, ਜਿਹੜੀ 21 ਪੇਜ ਦੀ ਟੂਲ ਕਿੱਟ ਇਹਨਾਂ ਨੇ ਸ਼ੇਅਰ ਕੀਤੀ ਸੀ, ਉਹ 'ਚ ਤਾਂ ਇਹ ਵੀ ਕਿਹਾ ਗਿਆ ਸੀ ਕਿ ਦਿੱਲੀ ਦੀ 26 ਜਨਵਰੀ ਨੂੰ ਕੀ ਕਰਨਾ, ਇਹ ਪੁਲਿਸ ਕਹਿ ਰਹੀ ਹੈ। ਔਰ ਕਿਸ ਤਰੀਕੇ ਨਾਲ ਅਸੀਂ ਪ੍ਰਚਾਰ ਕਰਨਾ, ਕਿਸ ਤਰ੍ਹਾਂ ਚਾਹ ਵੇਚਣ ਵਾਲੇ ਨੂੰ ਅਸੀਂ ਉਹਦਾ ਵਿਰੋਧ ਕਰਨਾ, ਇਹ ਸਾਰੀਆਂ ਗੱਲਾਂ ਉਹਦੇ 'ਚ ਸੀ। ਸੋ ਇਹ ਕਹਿ ਲਈਏ ਜਿਹੜੀ ਟੂਲ ਕਿੱਟ ਹੁੰਦੀ ਹੈ, ਇਹ ਇੱਕ ਡਿਜੀਟਲ ਪੈਂਫਲੇਟ ਜਾਂ ਪੋਸਟਰ ਹੁੰਦਾ ਹੈ, ਉਸ ਨੂੰ ਲੈ ਕੇ ਇਹ ਸਾਰੀ ਚਰਚਾ ਚੱਲ ਰਹੀ ਹੈ। ਪਰ ਇੱਕ ਗੱਲ ਹੋਰ ਕਹਿ ਕੇ ਆਪਾਂ ਤੁਹਾਨੂੰ ਮਹਿਮਾਨਾਂ ਨਾਲ ਮਿਲਾਉਂਦੇ ਆ, ਉਹ ਇਹ ਹੈ ਕਿ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਂ ਦੀ ਇੱਕ ਸੰਸਥਾ, ਜਿਹਦੇ ਬਾਰੇ ਪੁਲਿਸ ਇਹ ਕਹਿ ਰਹੀ ਹੈ ਕਿ ਖਾਲਿਸਤਾਨੀ ਸਿੱਖ ਫਾਰ ਜਸਟਿਸ ਨਾਲ ਇਹਦੇ ਰਿਲੇਸ਼ਨ ਨੇ
ਤੇ ਖਾਲਿਸਤਾਨੀਆਂ ਦੀ ਸੰਸਥਾ ਹੈ। ਇਹ ਜਿਹੜਾ ਸਾਰਾ ਕੁਛ ਜਿਹਦੀ ਹੁਣ ਤੱਕ ਮੈਂ ਚਰਚਾ ਕੀਤੀ ਹੈ, ਇਹ ਪੋਇਟਿਕ ਜਸਟਿਸ ਫਾਰ ਫਾਊਂਡੇਸ਼ਨ ਦੇ ਰਾਹੀਂ ਹੋਇਆ ਸਾਰਾ ਕੁਛ। ਮਤਲਬ ਇਸ ਨੂੰ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ ਹੈ ਤੇ ਫਿਰ ਸਿੱਧੇ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਕਿਸਾਨਾਂ ਦੀ ਮੂਵਮੈਂਟ ਹੈ, ਇਹਦੇ ਪਿੱਛੇ ਖਾਲਿਸਤਾਨੀ ਨੇ, ਇਹ ਕਿਹਾ ਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਜਿਹੜੇ ਪੋਇਟਿਕ ਫਾਰ ਜਸਟਿਸ ਦਾ ਇੱਕ ਸਬੂਤ ਹੋਰ ਮਿਲਿਆ ਹੈ, ਉਹ ਇਹ ਮਿਲਿਆ ਹੈ ਕਿ 11 ਜਨਵਰੀ ਨੂੰ ਇੱਕ ਜ਼ੂਮ ਮੀਟਿੰਗ ਕੀਤੀ ਗਈ ਸੀ ਜਿਹਦੇ 'ਚ 60-70 ਬੰਦੇ ਸ਼ਾਮਲ ਹੋਏ ਸੀ। ਉਹਦੇ 'ਚ ਤਿੰਨੇ ਰਵੀ ਦਿਸ਼ਾ, ਨੀਤਿਕਾ ਤੇ ਸ਼ਾਂਤਨੂ ਇਹ ਵੀ ਸ਼ਾਮਲ ਹੋਏ ਸੀ। ਸੋ ਜੇ ਉਹ ਖਾਲਿਸਤਾਨੀਆਂ ਦੀ ਸੰਸਥਾ ਹੈ, ਉਹਦੇ ਵਿੱਚ ਇਹ ਤਿੰਨ ਕੀ ਕਰਦੇ ਨੇ ਔਰ ਇਹ ਜਿਹੜੀ ਟੂਲ ਕਿਟ ਹੈ ਕਿਉਂ ਸ਼ੇਅਰ ਕੀਤੀ, ਕਿਉਂ ਐਡਿਟ ਕੀਤੀ, ਔਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਲੱਗੀ ਹੋਈ ਹੈ। ਕਿਸ ਕਿਸਮ ਦੀ ਇਹ ਚਰਚਾ ਹੈ, ਇਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਹੈ। ਤੇ ਗੱਲ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ, ਉਹਨਾਂ ਦੇ ਵਿੱਚ ਮਨਜਿੰਦਰ ਸਿੰਘ ਭੁੱਲਰ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਨੇ ਤੇ ਨਾਲ ਸਾਡੇ ਨਰਦੇਵ ਸਿੰਘ ਆਕੜੀ ਸਾਹਿਬ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਨੇ ਨੁਮਾਇੰਦਗੀ। ਅਰਸ਼ਦੀਪ ਸਿੰਘ ਖਡਿਆਲ ਸਾਹਿਬ ਕਾਂਗਰਸ ਦੇ ਵੱਲੋਂ ਸਾਡੇ ਨਾਲ ਸ਼ਾਮਲ ਹੋਏ ਨੇ ਔਰ ਸਾਡੇ ਨਾਲ ਨਿਰਪੱਖ ਟਿੱਪਣੀਕਾਰ ਦੇ ਤੌਰ ਤੇ ਸੀਨੀਅਰ ਪੱਤਰਕਾਰ ਤੇ ਚੜ੍ਹਦੀ ਕਲਾ ਦੇ ਐਡੀਟਰ ਦਰਸ਼ਨ ਸਿੰਘ ਦਰਸ਼ਕ ਸ਼ਾਮਲ ਨੇ। ਤੁਹਾਡਾ ਸਭ ਦਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਦਰਸ਼ਕ ਜੀ, ਮੈਂ ਗੱਲ ਹੀ ਤੁਹਾਡੇ ਤੋਂ ਸ਼ੁਰੂ ਕਰਨੀ ਹੈ ਕਿ ਮੈਂ ਜਿਹੜਾ ਕੁਝ ਦੱਸਿਆ ਵੀ ਟੂਲ ਕਿਟ ਔਰ ਰਵੀ ਦਿਸ਼ਾ ਜੋ ਸਾਡਾ ਅੱਜ ਦਾ ਟਾਈਟਲ ਹੈ, ਇਹਦਾ ਵਿਰੋਧ ਵੀ ਹੋ ਰਿਹਾ ਗ੍ਰਿਫਤਾਰੀ ਦਾ, ਲੇਕਿਨ ਚਰਚਾ ਵੀ ਬਹੁਤ ਜ਼ੋਰਾਂ ਤੇ ਹੈ। ਪੁਲਿਸ ਨੂੰ ਪ੍ਰੈਸ ਕਾਨਫਰੰਸ ਕਰਕੇ ਦੱਸਣਾ ਪਿਆ। ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵਾਲੀਆ ਸਾਹਿਬ, ਅਸਲ ਦੇ ਵਿੱਚ ਇਹ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਸ ਨੇ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੇ ਸਰਕਾਰ ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਅਸਫਲ ਕਰਨਾ ਚਾਹੁੰਦੀ ਹੈ। ਅਸਫਲ ਕਰਨ ਦੇ ਲਈ ਉਸ ਵੱਲੋਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਨੇ। ਉਹਨਾਂ ਨੇ ਸ਼ੁਰੂ ਦੇ ਵਿੱਚ ਹੀ ਤੁਸੀਂ ਦੇਖਿਆ ਕਿ ਪਹਿਲਾਂ ਇਸ ਦੇ ਉੱਤੇ ਇਹ ਠੱਪਾ ਲਾਇਆ ਗਿਆ ਕਿ ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ, ਫਿਰ ਖੱਬੇ ਪੱਖੀਆਂ ਦਾ ਅੰਦੋਲਨ ਕਿਹਾ, ਕਦੇ ਕਿਸੇ ਚੀਜ਼ ਦੇ ਇਸ ਅੰਦੋਲਨ ਨੂੰ ਜਿਹੜਾ ਹੈਗਾ ਕਿਵੇਂ ਨਾ ਕਿਵੇਂ ਡੈਂਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਤੇ ਉਸੇ ਹੱਥਕੰਡਿਆਂ ਦਾ ਹਿੱਸਾ ਇਹ ਵੀ ਆਪਾਂ ਟੂਲ ਕਿਟ ਵੀ ਕਹਿ ਸਕਦੇ ਹਾਂ। ਤੇ ਰਾਤੀ ਮੈਂ ਇੱਕ ਟੀਵੀ ਦੇ ਉੱਤੇ ਪ੍ਰੋਗਰਾਮ ਦੇਖ ਰਿਹਾ ਸੀਗਾ, ਇੱਕ ਨਹੀਂ ਮੈਂ ਕਈ ਥਾਵਾਂ ਤੇ ਦੇਖਿਆ, ਜਿਹਦੇ ਵਿੱਚ ਇਹ ਰਵੀ ਦਿਸ਼ਾ ਤੇ ਪਲੱਸ ਟੂਲ ਕਿਟ ਦੇ ਉੱਤੇ ਚਰਚਾ ਹੋ ਰਹੀ ਸੀਗੀ। ਉਹਦੇ ਵਿੱਚ ਪ੍ਰਮੁੱਖ ਜਿਹੜੇ ਆਪਾਂ ਕਹਿ ਸਕਦੇ ਹਾਂ ਪੱਤਰਕਾਰ ਇਸ ਢੰਗ ਦੇ ਨਾਲ ਇਸ ਸਭ ਕੁਝ ਨੂੰ ਪੇਸ਼ ਕਰ ਰਹੇ ਸੀਗੇ ਕਿ ਭਾਰਤ ਦੇ ਜਿਹੜਾ ਲੋਕਤੰਤਰ ਹੈ ਉਹਦੇ ਖਿਲਾਫ ਕੌਮਾਂਤਰੀ ਪੱਧਰ ਤੇ ਬਹੁਤ ਵੱਡਾ ਛੜਯੰਤਰ ਹੋ ਰਿਹਾ, ਸਾਜ਼ਿਸ਼ਾਂ ਹੋ ਰਹੀਆਂ ਨੇ। ਤੇ ਕਦੇ ਉਹਦੇ ਵਿੱਚ ਉਹ ਇਹ ਕਿਆ ਕਰਨ, ਦੱਸੋ ਜੀ, ਇਹ ਗੱਲ ਕਹੀ ਜਾ ਰਹੀ ਹੈ, ਦੇਖੋ ਜੀ ਵਿਚਾਰੀ 22 ਸਾਲ ਦੀ ਹੈ, BBA ਦੀ ਇੱਕ ਸਟੂਡੈਂਟ ਹੈ, ਇਹਦੇ ਖਿਲਾਫ ਇਹ ਕੀਤਾ ਜਾ ਰਿਹਾ ਹੈ। ਤੇ ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਉਹ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਇਹ ਜੋ ਲੋਕ ਨੇ ਇਹ ਦੇਸ਼ ਦੇ ਖਿਲਾਫ ਜਿਹੜਾ ਇੱਕ ਸਾਜ਼ਿਸ਼ਾਂ ਘੜ ਰਹੇ ਨੇ, ਦੇਸ਼ ਦੇ ਵਿੱਚ ਏਕਤਾ ਤੇ ਅਖੰਡਤਾ ਦੇ ਲਈ ਇਹ ਇੱਕ ਖਤਰਾ ਬਣੇ ਹੋਏ ਨੇ। ਜਦ ਕਿ ਜਿਹੜੀ ਆਪਾਂ ਗੱਲ ਕੀਤੀ ਹੈ ਦਿਸ਼ਾ ਰਵੀ ਹੈ ਜਾਂ ਸ਼ਾਂਤਨੂ ਹੈ ਜਾਂ ਜੋ ਵੀ ਹੈਗੇ ਨੀਤਿਕਾ ਹੈ, ਇਹ ਸਾਰੇ ਜਿਹੜੇ ਐਕਟੀਵਿਸਟ ਨੇ ਜਿਹੜੇ ਕਿ ਵਾਤਾਵਰਨ ਦੇ ਨਾਲ ਜੁੜੇ ਹੋਏ ਨੇ ਤੇ ਵਾਤਾਵਰਨ ਦੇ ਨੂੰ ਬਚਾਉਣ ਦੇ ਲਈ ਇਹ ਸਾਰੇ ਸਰਗਰਮੀਆਂ ਚਲਾ ਰਹੇ ਨੇ। ਜਿਵੇਂ ਆਪਾਂ ਥਨਬਰਗ ਦੀ ਗੱਲ ਕੀਤੀ ਹੈ, ਉਹ ਵੀ ਵਾਤਾਵਰਨ ਪ੍ਰੇਮੀ ਹੈ। ਇਹ ਜੋ ਕੁਛ ਵੀ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਇੱਕ ਨਵਾਂ ਹਊਆ ਖੜਾ ਕੀਤਾ ਜਾ ਰਿਹਾ ਹੈ। ਲੋਕਾਂ ਦੇ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜੋ ਜਿੰਨਾ ਵੀ ਅੰਦੋਲਨ ਚੱਲ ਰਿਹਾ ਹੈ ਉਸ ਦੇ ਵਿੱਚ ਜਿਹੜੇ ਖਾਸ ਤੌਰ 'ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਸਾਜ਼ਿਸ਼ ਚੱਲ ਰਹੀ ਹੈ ਤਾਂ ਜੋ ਭਾਰਤ ਸਰਕਾਰ ਨੂੰ ਕਮਜ਼ੋਰ ਕੀਤਾ ਜਾ ਸਕੇ। ਇਹ ਸਾਰਾ ਕੁਛ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਸਰਕਾਰ ਦਾ ਜਿਹੜਾ ਹੈਗਾ ਇਹ ਮਤਲਬ ਇਹ ਉਹਨਾਂ ਹੱਥਕੰਡਿਆਂ ਦਾ ਇੱਕ ਹਿੱਸਾ ਹੈ। ਦਰਸ਼ਕ ਜੀ, ਇਕੱਲੀ ਇਹੀ ਗੱਲ ਨਹੀਂ, ਅਨਿਲ ਵਿਜ ਨੇ ਇੱਥੇ ਤੱਕ ਕਿਹਾ, ਹਰਿਆਣੇ ਦਾ ਮੰਤਰੀ ਹੈ, ਗ੍ਰਹਿ ਮੰਤਰੀ ਹੈ ਹਰਿਆਣੇ ਦਾ, ਉਹ ਕਹਿੰਦਾ ਜਿਹੜੇ ਲੋਕ ਇਸ ਤਰ੍ਹਾਂ ਦੀ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਦੇਸ਼ ਵਿਰੋਧ ਹੈ
ਉਹਨਾਂ ਨੂੰ ਮਸਲ ਦੇਣਾ ਮਸਲ ਚਾਹੀਦਾ। ਦੇਣਾ ਚਾਹੀਦਾ। ਅਗਲੀ ਗੱਲ ਜਿਹੜੀ ਮੈਂ ਸੁਣ ਕੇ ਹੈਰਾਨ ਹੋ ਗਿਆ, ਉਹ ਕਹਿੰਦੇ ਜਿਹੜਾ ਇਹਨਾਂ ਦੇ ਹੱਕ 'ਚ ਬੋਲਦੇ ਨੇ, ਕਿਉਂਕਿ ਕਾਂਗਰਸ ਵੀ ਇਹਨਾਂ ਦੇ ਹੱਕ 'ਚ ਬੋਲੀ ਹੈ, ਕਿਸਾਨ ਹੱਕ 'ਚ ਬੋਲ ਰਹੇ ਨੇ, ਅਰਵਿੰਦ ਕੇਜਰੀਵਾਲ ਨੇ ਗੱਲ ਕੀਤੀ ਹੈ, ਉਹ ਕਹਿੰਦਾ ਇਹਨਾਂ ਦੇ ਜਿਹੜੇ ਸਪੋਰਟਰ ਨੇ ਉਹਨਾਂ ਨੂੰ ਵੀ ਮਸਲ ਦੇਣਾ ਚਾਹੀਦਾ। ਇਹ ਕਿਤੇ ਇਹ ਖੇਡ ਤਾਂ ਨਹੀਂ ਕਿ ਜਿਹੜੀ ਸਾਡੇ ਦੇਸ਼ ਦੇ ਵਿੱਚ ਸਰਕਾਰ, ਜਾਂ ਤਾਂ ਤੁਸੀਂ ਸਰਕਾਰ ਦੀ ਬੋਲੀ ਬੋਲੋ, ਜੇ ਨਹੀਂ ਬੋਲਦੇ ਤਾਂ ਤੁਸੀਂ ਦੇਸ਼ ਧਰੋਹੀ ਹੋ। ਇਸ ਕਿਸਮ ਦਾ ਜਿਹੜਾ ਵਾਤਾਵਰਨ ਬਣ ਰਿਹਾ ਹੈ, ਉਹਦੇ ਲਈ ਇੱਕ ਇਹ ਪਲੇਟਫਾਰਮ, ਇੱਕ ਮੰਚ ਤਿਆਰ ਕੀਤਾ ਜਾ ਰਿਹਾ ਹੋਵੇ, ਕਿਤੇ ਇਸ ਕਿਸਮ ਦੀ ਗੱਲ ਤਾਂ ਨਹੀਂ। ਇਹ ਇੱਕ ਸਮਝਣ ਵਾਲੀ ਗੱਲ ਹੈ, ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ, ਜਿਵੇਂ ਦਰਸ਼ਕ ਜੀ ਨੇ ਸ਼ੁਰੂ 'ਚ ਕਿਹਾ ਕਿ ਕਦੇ ਸਭ ਤੋਂ ਪਹਿਲਾਂ ਤਾਂ ਦਲਾਲ ਕਿਹਾ ਗਿਆ, ਫਿਰ ਅਰਬਨ ਨਕਸਲੀ, ਮਾਓਵਾਦੀ, ਖਾਲਿਸਤਾਨੀ, ਪਾਕਿਸਤਾਨੀ, ਚੀਨ ਦੀ ਮਦਦ ਵਾਲੇ, ਤੇ ਫਿਰ ਖਾਲਿਸਤਾਨੀ ਹੁਣ ਫਿਰ, ਕਿਉਂਕਿ ਕੁਛ ਹੋਰ ਵੀ ਕਈ ਜਿਹੜੀਆਂ ਕੋਸ਼ਿਸ਼ਾਂ ਹੋਈਆਂ, ਕਦੇ SYL ਦੇ ਤੇ ਲੜਾਉਣ ਦੀ ਕੋਸ਼ਿਸ਼ ਹੋਈ। ਇਹ ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਇਹ ਉਸ ਕਿਸਮ ਦੀ ਕੋਸ਼ਿਸ਼ ਹੈ ਜਾਂ ਕੁਛ ਹੋਰ ਹੈ, ਇਹ ਆਪਾਂ ਸਵਾਲ ਲੈ ਕੇ ਪੋਲੀਟੀਕਲ ਪਾਰਟੀਆਂ ਕੋਲ ਚੱਲਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮਿਲਦੇ ਆਪਾਂ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਭੁੱਲਰ ਸਾਹਿਬ, ਆਮ ਆਦਮੀ ਪਾਰਟੀ, ਮੈਂ ਇਹ ਦੇਖ ਰਿਹਾ ਸੀ ਵੀ ਜਦੋਂ ਦਾ ਇਹ ਸਿਲਸਿਲਾ ਸ਼ੁਰੂ ਹੋਇਆ, ਖਾਸ ਤੌਰ 'ਤੇ ਰਵੀ ਦੇਸ਼ਾ ਦਾ, ਤੇ ਬਹੁਤ ਅਗਰੈਸਿਵਲੀ ਭਾਰਤੀ ਜਨਤਾ ਪਾਰਟੀ ਅਟੈਕ ਕਰ ਰਹੀ ਹੈ। ਤੁਹਾਡੇ 'ਤੇ ਵੀ ਕੀਤਾ ਕਿ ਜਿਹੜੇ ਵੀ ਬੰਦੇ ਫੜੇ ਜਾਂਦੇ ਨੇ ਉਹਨਾਂ ਨੂੰ ਇਹ ਕਿਉਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਕੀ ਕਹੋਗੇ ਭੁੱਲਰ ਸਾਹਿਬ? ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵਿਛੜੀ ਰੂਪ ਨੂੰ ਸ਼ਰਧਾ ਦੇ ਕਰਦਾ, ਜਿਹੜਾ ਖਟਾ ਤੁਹਾਡੇ ਚ ਅਦਾਰੇ ਨੂੰ। ਔਰ ਇਹ ਜਿਹੜਾ ਤੁਹਾਡਾ ਸਵਾਲ ਹੈ ਜੀ, ਟੂਲ ਕਿਟ ਦੇਖੋ, ਇੱਕ ਜਿਹੜਾ ਨੈਰੇਟਿਵ ਬੀਜੇਪੀ ਦੀ ਸਰਕਾਰ ਨੇ ਸੈੱਟ ਕੀਤਾ ਨਾ ਕਿ ਡਿਸੈਂਟ ਬਿਕੇਮ ਅ ਕ੍ਰਾਈਮ, ਔਰ ਇਹਨਾਂ ਦੀ ਸਾਰੀ ਜਿਹੜੀ ਕਵਾਇਦ ਆ, ਸਾਰੀ ਜਿਹੜੀ ਚਾਰਾਜੋਈ ਹੈ, ਉਹ ਟੂ ਸਪਰੈਸ ਦਾ ਡਿਸੈਂਟ, ਕਿ ਸਰਕਾਰ ਦਾ ਵਿਰੋਧ ਕਰਨਾ ਤੇ ਮੁਲਕ ਦਾ ਵਿਰੋਧ ਕਰਨਾ, ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਟੂਲ ਕੀ ਹੈ? ਇੱਕ ਗੂਗਲ ਦਾ ਡਾਕੂਮੈਂਟ ਆ, ਔਰ ਉਹਦੇ ਚ ਦੇਖੋ ਤੁਸੀਂ, ਅਗਰ ਜੁਆਇੰਟ ਕਮਿਸ਼ਨਰ ਦੀ ਜਿਹੜੀ ਪ੍ਰੈਸ ਕਾਨਫਰੰਸ ਸੁਣੋ ਦਿੱਲੀ ਦੇ ਸਾਈਬਰ ਸੈੱਲ ਦੀ, ਜਿਨ੍ਹਾਂ ਨੇ ਪ੍ਰੈਸ ਦੇ ਸਾਹਮਣੇ ਸਾਰੀ ਗੱਲ ਰੱਖੀ ਹੈ, ਉਹਦੇ ਚ 3 ਮੇਜਰ ਗੱਲਾਂ ਕਹੀਆਂ ਇਹਨਾਂ ਨੇ ਕਿ ਗ੍ਰੇਟਾ ਵਰਗ ਨੂੰ ਜਿਹੜੀ ਇਨਫੋਰਮੇਸ਼ਨ ਭੇਜੀ ਗਈ, ਜਿਹੜਾ ਉਹਨੇ ਟਵੀਟ ਕੀਤਾ ਆ, ਉਹਨੇ 2 ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ। ਉਹਦਾ ਕੰਸੀਕੁਐਂਸ ਕੀ ਸੀ? ਇੱਕ, ਟੂ ਕ੍ਰੀਏਟ ਦਾ ਡਿਸਅਫੈਕਸ਼ਨ ਅਗੇਂਸਟ ਦਾ ਗਵਰਨਮੈਂਟ ਔਰ ਨੇਸ਼ਨ, ਔਰ ਦੂਸਰਾ ਕਿ ਉਹਨੇ ਕਿਹਾ ਸੀ ਕਿ ਦੇ ਸਾਹਮਣੇ ਪ੍ਰਦਰਸ਼ਨ ਕਰੋ ਔਰ ਜਿਹੜਾ ਟਵਿੱਟਰ ਲੈ ਕੇ ਆਓ। ਕੀ ਸਰਕਾਰ ਦੇ ਖਿਲਾਫ ਆਵਾਜ਼ ਉਠਾਉਣਾ, ਮੁਲਕ ਦੇ ਖਿਲਾਫ ਆਵਾਜ਼ ਉਠਾਉਣਾ, ਔਰ ਉਹਦੇ ਚ ਇਹਨਾਂ ਨੇ ਸੈਡੀਸ਼ਨ ਦਾ ਚਾਰਜ ਲਾਇਆ। 153 ਹੈ ਜਾਂ 121 ਹੈ, ਖੜਿਆਲ ਸਾਹਿਬ ਮੇਰੀ ਗੱਲ ਕਰਨਗੇ, ਤਾਂ ਉਹ ਸੈਡੀਸ਼ਨ ਤਾਂ ਕਿਸੇ ਤਰੀਕੇ ਉਹ ਆਫੈਂਸ ਕੰਸਟੀਟਿਊਟ ਨਹੀਂ ਹੁੰਦਾ। ਔਰ ਰਹੀ ਗੱਲ ਕਿ ਆਮ ਆਦਮੀ ਪਾਰਟੀ ਬੈਕਅਪ ਕਿਉਂ ਕਰਦੀ ਹੈ, ਆਮ ਆਦਮੀ ਪਾਰਟੀ ਸੰਵਿਧਾਨ ਦੇ ਅੱਗੇ ਬਿਲਕੁਲ ਸਿਰ ਝੁਕਾਉਂਦੀ ਹੈ, ਮੁਲਕ ਦੀ ਇੰਟੈਗ੍ਰਿਟੀ, ਮੁਲਕ ਦੀ ਯੂਨਿਟੀ, ਮੁਲਕ ਦੀ ਕੰਸੋਲੀਡੇਸ਼ਨ ਨੂੰ ਬਿਲਕੁਲ ਜਿਹੜਾ ਹੈਗਾ ਉਹਦੇ ਨਾਲ ਅਵਾਇਡ ਕਰਦੀ ਹੈ। ਜਿੱਥੇ ਕਿਤੇ ਵੀ ਸਿਟੀਜ਼ਨਸ ਆਫ ਇੰਡੀਆ ਦੇ ਨਾਲ, ਚਾਹੇ ਉਹ ਪੰਜਾਬ 'ਚ, ਚਾਹੇ ਉਹ ਦਿੱਲੀ 'ਚ ਹੈ, ਚਾਹੇ ਉਹ ਕਿਤੇ ਵੀ ਹੈ, ਕਿਸੇ ਕਿਸਮ ਦਾ ਵੀ ਸਾਡੇ ਕਨਸਟੀਟਿਊਸ਼ਨਲ ਹਿਊਮਨ ਰਾਈਟਸ ਜਿਹੜੇ ਵਾਇਲੇਟ ਹੋਣਗੇ, ਉੱਥੇ ਆਮ ਆਦਮੀ ਪਾਰਟੀ ਉਹਨਾਂ ਐਕਟਿਵਿਸਟ ਦੇ ਹੱਕ ਦੇ ਵਿੱਚ ਖੜਦੀ ਰਹੂਗੀ। ਉਹ ਚਾਹੇ ਗ੍ਰੇਟਾ ਦੇ ਨਾਲ ਮਿਲਾ ਕੇ ਜਿਹੜਾ ਇਹ ਦਿਸ਼ਾ ਰਵੀ ਨੂੰ ਔਰ ਸ਼ਾਂਤਨੂ ਨੂੰ ਔਰ ਨਿਕਿਤਾ ਜੈਕਬ ਨੂੰ ਕਿਹਾ ਜਾ ਰਿਹਾ, ਜਿਹੜੀ ਖੁਦ ਵਕੀਲ ਹੈ, ਚਾਹੇ ਜਿਹੜੇ ਹੋਰ ਕੋਈ ਐਕਟਿਵਿਸਟ ਨੇ, ਚਾਹੇ ਉਹ ਨੋਦੀਪ ਕੌਰ। ਸੋ ਸਾਡਾ ਬੈਕਅਪ ਸਹੀ ਦੇ ਨਾਲ ਹਮੇਸ਼ਾ ਹੀ ਰਹੂਗਾ, ਔਰ ਗਲਤ ਦੇ ਖਿਲਾਫ ਸਾਡੀ ਪਾਰਟੀ ਆਵਾਜ਼ ਉਠਾਉਂਦੀ ਰਹੂ। ਜੀ ਭੁੱਲਰ ਸਾਹਿਬ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਬਿਲਕੁਲ ਇਹ ਬਹੁਤ ਸਾਰੇ ਲੋਕਾਂ ਦੇ, ਸਾਰੇ ਦੇਸ਼ਾਂ ਵਿਦੇਸ਼ਾਂ 'ਚੋਂ, ਇਕੱਲੇ ਇੰਡੀਆ 'ਚ ਨਹੀਂ, ਸਾਰੀ ਦੁਨੀਆ 'ਚ ਹੈ। ਲੇਕਿਨ ਜਿਹੜਾ ਮੇਰਾ ਸਵਾਲ ਸੀ, ਮੈਂ ਦੁਬਾਰਾ ਆਊਂ ਤੁਹਾਡੇ ਕੋਲ, ਇਹੀ ਸਵਾਲ ਲੈ ਕੇ ਮੈਂ ਖੜਿਆਲ ਸਾਹਿਬ ਤੁਹਾਡੇ ਕੋਲ ਆਉਣਾ ਹੈ। ਤੁਸੀਂ ਵੀ ਵਕੀਲ ਹੋ, ਇਹਦੇ 'ਚ ਜੈਕਬ ਵੀ ਔਰ ਸ਼ਾਂਤਨੂ ਵੀ, ਜਿਸ ਤਰੀਕੇ ਨਾਲ ਉਹਨਾਂ ਨੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ, ਇਹ ਇੱਕ ਪੱਖ ਹੈ। ਲੇਕਿਨ ਦੂਜਾ ਪੱਖ ਹੈ ਜਿਹੜੀ ਜ਼ੂਮ ਮੀਟਿੰਗ 'ਚ ਇਹਨਾਂ ਨੇ, ਜਿਹੜੀ ਪੋਲਿਟਿਕ ਜਸਟਿਸ ਨੇ ਕੀਤੀ, ਕਿ ਇਹ ਇੰਨੇ ਕਿ ਐਵੀਡੈਂਸ ਹੈਗਾ ਜਿਹਦੇ 'ਤੇ ਇਹਨਾਂ ਨੂੰ ਖਾਲਿਸਤਾਨੀ ਗਰਦਾਨ ਕੇ ਇਸ ਕਿਸਮ ਦੇ ਰਿਮਾਂਡ ਲੈ ਕੇ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਤੇ ਇਸ ਮੂਵਮੈਂਟ ਦੇ ਵਿੱਚ ਜਿਹੜੇ ਲੋਕ ਉਹਦੀ ਸਪੋਰਟ ਕਰਦੇ ਨੇ, ਕਿਸਾਨਾਂ ਦੀ,
ਉਹਨੂੰ ਰੋਕਣ ਦੀ ਸਾਜ਼ਿਸ਼ ਹੈ? ਕੀ ਹੈ ਇਹ ਸਭ ਕੁਝ? ਜੀ ਵਾਲੀਆ ਸਾਹਿਬ, ਤੁਹਾਡਾ ਕੁਐਸਚਨ ਬਹੁਤ ਹੀ ਵਾਜਬ ਹੈ ਤੇ ਬਹੁਤ ਹੀ ਲੌਜੀਕਲ ਕੁਐਸਚਨ ਹੈ। ਬੜਾ ਵਧੀਆ ਸਵਾਲ ਪੁੱਛਿਆ। ਦੇਖੋ, ਸਰਕਾਰ ਇਹ ਬੀਜੇਪੀ ਰੂਲ ਸਟੇਟਸ ਦੇ ਵਿੱਚ ਇਹ ਜ਼ਿਆਦਾ ਹੁੰਦਾ, ਤੇ ਜੇ ਆਪਾਂ ਧਿਆਨ ਨਾਲ ਦੇਖੀਏ ਕਿ ਐਵੀਡੈਂਸ ਜਿਹੜਾ ਹੈਗਾ ਉਹ ਕੌਨਕਰੀਟ ਨਹੀਂ ਹੈਗਾ ਟੂ ਪ੍ਰੂਵ ਕਿ ਉਹਨਾਂ ਨੇ ਇਹ ਮੀਟਿੰਗ ਕੀਤੀ ਜਾਂ ਉਹ ਖਾਲਿਸਤਾਨੀ ਹੈਗੇ ਆ। ਸਰਕਾਰ ਤਾਂ ਫਾਰਮਰਸ ਜਿਹੜੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਵੀ ਖਾਲਿਸਤਾਨੀ ਕਹਿ ਰਹੀ ਸੀਗੀ। ਸਰਕਾਰ ਨੇ ਜਿਹਨੂੰ ਕਿਸੇ ਨੂੰ ਵੀ ਆਪਣਾ ਮਾੜਾ ਕਹਿਣਾ ਹੁੰਦਾ ਉਹ ਤੇ ਆਪਣਾ ਟਾਰਗੇਟ ਲਾ ਦਿੰਦੀ ਹੈ, ਉਹਨੂੰ ਯੂਆਪਾ ਅੰਡਰ ਚੱਕ ਲੈਂਦੇ ਆ, NSA ਅੰਡਰ ਚੱਕ ਲੈਂਦੇ ਆ, ਤੇ ਆਪਣਾ ਖਾਲਿਸਤਾਨੀ ਉਹਨਾਂ ਨੂੰ ਕਿਸੇ ਲਈ ਟਰਮ ਕਰਨਾ ਇਟਸ ਨਾਟ ਅ ਬਿਗ ਡੀਲ। ਮੈਂ ਤੁਹਾਨੂੰ ਹੁਣ ਕਲੀਅਰਲੀ ਇੱਕ ਚੀਜ਼ ਦੱਸਦਾ, ਜਿਹੜੀ ਆਪਣਾ ਦਿਸ਼ਾ ਹੈਗੀ ਹੈ ਰਾਣੀ, Disha Ravi, my bad. Disha Ravi hai. She was not produced in court in Bangalore where she was arrested for a transit remand. ਨਾ ਹੀ ਉਹਨੂੰ ਇੱਕ ਲੀਗਲ ਕਾਉਂਸਲ ਦਿੱਤਾ ਗਿਆ ਦਿੱਲੀ ਦੇ ਵਿੱਚ ਜਿੱਥੇ ਉਹਨੂੰ ਪੁਲਿਸ ਆਪਣਾ where she was remanded in police custody. ਇਹ ਚੀਜ਼ ਗਲਤ ਹੈ। ਇਹਦੇ ਕਰਕੇ ਐਬ ਇਨੀਸ਼ੀਓ ਲੀਗਲ ਬਹੁਤ ਵਕੀਲ ਹੈਗੇ ਇੰਡੀਆ ਦੇ ਐਕਸਪਰਟਸ ਨੇ, ਉਹਨਾਂ ਨੇ ਕਿਹਾ ਕਿ ਐਬ ਇਨੀਸ਼ੀਓ ਇਲੀਗਲ ਹੈ, ਇਲੀਗਲ ਫਰਮ ਦ ਬਿਗਨਿੰਗ। ਇਹਦਾ ਮਤਲਬ ਹੈ ਅਰੈਸਟ ਉਹਦੀ ਜਿਹੜੀ ਹੈ ਹੋਈ ਹੈ ਇਹ ਲੋਕਾਂ ਦੀ, it violates constitutional and legal rights, whether it be Article 21, right to life and personal liberty, whether it be Article 14, right to equality, whether it be Article 19, freedom of speech and expression, freedom to protest peacefully. बहुत important चीज़ ये है जी कि सुप्रीम कोर्ट ने बहुत बारी articulate किया है कि go for bail and not jail for these kind of people. The principle of natural justice है that one is to be presumed innocent until proven guilty. But what happens in BJP ruled states is they presume one to be guilty until they are proven innocent, which is very wrong. ਦੂਜੀ ਗੱਲ ਇਹ ਕਰਨਾ ਚਾਹਣਾ ਜੀ, IPC ਦੇ ਵਿੱਚ there is not one mention of the word toolkit. Neither does any penal law talk of the word toolkit. It's simply a document ਜਿਹੜਾ ਗਾਈਡ ਕਰਦਾ ਕਿ ਇੱਕ social campaign ਕਿਵੇਂ ਹੋ ਸਕਦੀ ਹੈ, which is no crime. Criticizing Indian government before a foreign government is no crime. Protesting ain't a crime. Dissent ain't a crime. You know what a crime is? Crime ਇਹ ਹੈ ਕਿ ਤੁਸੀਂ ਦਿਸ਼ਾ ਰਾਣੀ ਨੂੰ I beg your pardon, somebody's phone rang. Disha ji, transporting Disha Ravi without a transit remand is a crime, and so is not allowing her to have a lawyer to represent her. ਦੇਖੋ ਜੀ, BJP ruled states ਦੇ ਵਿੱਚ lawlessness ਹੈ। ਇਹ ਯੂਆਪਾ NSA ਲਾ ਕੇ ਆਪਣਾ dissent ਨੂੰ ਚੁੱਪ ਕਰਾ ਦਿੰਦੇ ਆ, freedom of speech and expression ਨੂੰ ਚੁੱਪ ਕਰਾ ਦਿੰਦੇ ਆ, ਕਿਸੇ ਨੂੰ against ਨਹੀਂ ਬੋਲਣ ਦਿੰਦੇ। ਲਵ ਜਿਹਾਦ ਹੋ ਗਿਆ ਆਪਣਾ, ਉਹ ਜੇ ਲਾਜ਼ ਮਹਾਰਾਸ਼ਟਰ ਦੇ ਵਿੱਚ UP ਦੇ ਵਿੱਚ ਲਿਆਏ ਜਾ ਰਹੇ ਆ। ਤੁਸੀਂ ਇਹ ਚੀਜ਼ ਦੇਖੋ, ਪਹਿਲਾਂ ਯਾਰ ਰੈਡੀਕਲ ਇੰਟੈਲੈਕਚੁਅਲਸ ਦੇ ਖਿਲਾਫ, ਫਿਰ ਇਹ ਸਟੂਡੈਂਟ ਐਕਟਿਵਿਸਟ ਦੇ ਖਿਲਾਫ, ਫਿਰ ਇਹ ਲਵ ਮੈਰਿਜਸ ਖਿਲਾਫ, ਸਟੈਂਡ ਕਾਮਿਕਸ ਦੇ ਖਿਲਾਫ। ਇਹਦਾ ਇਉਂ ਲੱਗਦਾ ਹੈ ਖੜਿਆਲ ਸਾਹਿਬ, ਲੱਗ ਇਹ ਰਿਹਾ ਕਿ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਤੇ ਹੁਣ ਇਉਂ ਲੱਗਣ ਲੱਗ ਗਿਆ ਜਿਹੜਾ ਕਿਸਾਨਾਂ ਦੇ ਹੱਕ 'ਚ ਬੋਲਦਾ ਉਹਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਮੂੰਹ ਬੰਦ ਕਰਾਉਣਾ ਚਾਹੁੰਦੀ ਹੈ, ਭਾਵੇਂ ਉਹ ਮਨਦੀਪ ਪੂਨੀਆ ਹੋਵੇ, ਚਾਹੇ ਕੋਈ ਹੋਰ ਪੱਤਰਕਾਰ ਹੋਵੇ। ਸ਼ਾਇਦ ਦਰਸ਼ਕਾਂ ਨੂੰ ਇਹ ਨਹੀਂ ਪਤਾ, ਰਾਜਦੀਪ ਸਰਦਸਾਈ ਦੀ ਵੀ ਇੰਡੀਆ ਟੂਡੇ ਤੋਂ ਛੁੱਟੀ ਕਰਾ ਦਿੱਤੀ ਗਈ ਹੈ, ਇਹ ਵੀ ਹੋਇਆ। ਮੈਂ ਇੱਕ ਬੇਨਤੀ ਸਾਰੇ ਪੈਨਲਿਸਟ ਨੂੰ ਕਰਦਾ ਕਿ ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਨਾ, ਇਹ ਪਿੰਡਾਂ 'ਚ ਵੀ ਸੁਣਿਆ ਜਾਂਦਾ, ਸ਼ਹਿਰਾਂ 'ਚ ਵੀ ਸੁਣਿਆ ਜਾਂਦਾ, ਅਤੇ ਸਾਡੇ ਹਰ ਕਿਸਮ ਦੇ ਜਿਹੜੇ ਸਰੋਤੇ ਨੇ ਅਤੇ ਦਰਸ਼ਕ ਨੇ। ਤਾਂ ਕਿਤੇ ਨਾ ਕਿਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਦਰਸ਼ਕ ਨੂੰ ਗੱਲ ਸਮਝਾ ਸਕੀਏ। ਖੜਿਆਲ ਸਾਹਿਬ, ਜਦੋਂ ਆਪਾਂ ਨੂੰ ਕੋਈ ਮਜਬੂਰੀ ਹੁੰਦੀ ਹੈ, ਬਹੁਤ ਸਾਰੇ ਸ਼ਬਦ ਐਸੇ ਹੁੰਦੇ ਨੇ ਸਾਨੂੰ ਅੰਗਰੇਜ਼ੀ ਦੇ ਬੋਲਣੇ ਪੈਂਦੇ ਨੇ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਦੁਬਾਰਾ ਆਪਾਂ ਆਮ ਲੋਕ ਜਿਹੜੇ ਅੰਗਰੇਜ਼ੀ ਨਹੀਂ ਜਾਣਦੇ ਉਹਨਾਂ ਨੂੰ ਵੀ ਸਮਝ ਆਵੇ। ਆਪਾਂ ਇਹ ਕੋਸ਼ਿਸ਼ ਕਰੀਏ, ਇਹ ਕਿਉਂਕਿ ਇਹ ਪ੍ਰੋਗਰਾਮ ਇੱਛਾ ਮੇਰੀ ਇਹ ਹੈ ਕਿ ਸਾਰੇ ਲੋਕਾਂ ਦੇ ਕੋਲ ਪਹੁੰਚੇ। ਠੀਕ, ਅਸੀਂ ਇਕੱਲੀ ਲੀਡ ਕਲਾਸ ਕੋਲ ਨਹੀਂ ਜਾਣਾ, ਅਸੀਂ ਕਾਮਨ ਮੈਨ ਕੋਲ ਜਾਣਾ, ਇਹ ਆਮ ਲੋਕਾਂ ਦਾ ਪ੍ਰੋਗਰਾਮ ਹੈ। ਐਨੀਵੇ, ਮੈਂ ਜਿਹੜੀ ਗੱਲ ਕਰ ਰਿਹਾ ਸੀ ਆਕੜੀ ਸਾਹਿਬ, ਹੁਣ ਮੈਂ ਤੁਹਾਡੇ ਕੋਲ ਆਉਣਾ। ਨਰਦੇਵ ਸਿੰਘ ਆਕੜੀ, ਗੱਲ ਤਾਂ ਬਿਲਕੁਲ ਲੱਗ ਹੀ ਰਹੀ ਹੈ, ਸਾਜ਼ਿਸ਼ ਇਸ ਕਿਸਮ ਦੀ ਨਜ਼ਰ ਆ ਰਹੀ ਹੈ। ਜਿਵੇਂ ਖੜਿਆਲ ਸਾਹਿਬ ਨੂੰ ਪੁੱਛਿਆ ਸੀ ਕਿ ਜਿਹੜੇ ਬੰਦੇ ਕਿਸਾਨਾਂ ਦੇ ਨਾਲ ਨੇ, ਕੀ ਇੰਨੀ ਕੁ ਗੱਲ ਕਰਕੇ ਉਹਨਾਂ ਨੂੰ ਖਾਲਸਾਨੀ ਦਾ ਠੱਪਾ ਲਾ ਕੇ ਕਿਤੇ ਜਿਹੜੀ ਗੱਲ ਪਹਿਲਾਂ ਕਾਮਯਾਬ ਨਹੀਂ ਹੋ ਸਕੀ ਸਰਕਾਰ, ਹੁਣ ਉਹ 'ਚ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਵੇਂ ਦੇਖਦੇ ਹੋ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ, ਟੂਲ ਕਿਟ ਨੂੰ, ਤੇ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ? ਵਾਲਿਦ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵੀਰ ਸਤਵੀਰ ਜੀ ਦੇ ਚਲੇ ਜਾਣ ਦਾ ਬਹੁਤ ਦੁੱਖ
ਮਹਿਸੂਸ ਕਰਦਾ। ਤੁਹਾਡੀ ਆਵਾਜ਼ ਨਹੀਂ ਮੈਨੂੰ ਸੁਣਾਈ ਦੇ ਰਹੀ। ਵਾਲੀਆ ਸਾਹਿਬ ਆਵਾਜ਼ ਆ ਰਹੀ ਹੈ? ਹੈਲੋ ਹੈਲੋ ਜੀ ਪਲੀਜ਼ ਕੰਟੀਨਿਊ। ਵਾਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਬਾਈ ਸਤਵੀਰ ਜੀ ਦੇ ਅਚਨਚੇਤ ਵਿਛੋੜੇ ਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ, ਕਿਉਂਕਿ ਜਾਣ ਦੀ ਅਵਸਥਾ ਨਹੀਂ ਸੀ। ਚਲੋ ਭਾਣਾ ਵਾਹਿਗੁਰੂ ਦਾ ਅਦਾਰਾ ਚੜ੍ਹਦੀ ਕਲਾ ਦੇ ਸਮੁੱਚੇ ਜਿਹੜੇ ਵਰਕਰ ਜਾਂ ਤੁਸੀਂ ਖੁਦ ਹੋ, ਤੁਹਾਡੇ ਨਾਲ ਮੈਂ ਦੁੱਖ ਦਾ ਇਜ਼ਹਾਰ ਕਰਦਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਗੱਲ ਦਿਸ਼ਾ ਰਵੀ ਦੀ ਆਪਾਂ ਗੱਲ ਕਰ ਰਹੇ ਹਾਂ ਵਾਲੀ ਸਾਹਿਬ, ਇਹ ਸਾਜ਼ਿਸ਼ ਨਹੀਂ ਕਿਹਾ ਜਾ ਸਕਦਾ ਕੇਂਦਰ ਦੀ ਸਰਕਾਰ ਦੀ। ਇਹ ਬਹੁਤ ਵੱਡਾ ਇੱਕ ਛੜਯੰਤਰ ਰਚਿਆ ਜਾ ਰਿਹਾ ਦੇਸ਼ ਦੇ ਵਿੱਚ। ਦੇਸ਼ ਦੇ ਵਿੱਚ ਇਸ ਕਰਕੇ ਰਚਿਆ ਜਾ ਰਿਹਾ ਕਿ ਪਹਿਲਾਂ ਕਿਸਾਨ ਮਹਾਸੰਗਰਾਮ ਨੂੰ ਕੇਵਲ ਪੰਜਾਬ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਹੁਣ ਜੋ ਪੂਰੇ ਦੇਸ਼ ਦੇ ਵਿੱਚ ਔਰ ਇੰਟਰਨੈਸ਼ਨਲ ਲੈਵਲ ਤੇ ਕਿਸਾਨਾਂ ਦਾ ਇਹ ਮਹਾਸੰਗਰਾਮ ਚੱਲਿਆ ਗਿਆ। ਮੇਰੇ ਦੋਨੇ ਭਰਾਵਾਂ ਨੇ, ਐਡਵੋਕੇਟ ਸਾਹਿਬ ਭੁੱਲਰ ਸਾਹਿਬ ਤੇ ਅਰਸ਼ਦੀਪ ਜੀ ਨੇ ਬੜੀ ਬਾਖੂਬੀ ਗੱਲ ਕਹੀ ਹੈ ਕਿ ਕਿਸਾਨਾਂ ਦੀ ਸ਼ਕਤੀ ਨੂੰ ਖੋਰਾ ਲਾਉਣ ਲਈ ਬੜੇ ਵੱਡੇ ਯਤਨ ਹੋ ਰਹੇ ਕੇਂਦਰ ਦੀ ਸਰਕਾਰ ਵੱਲੋਂ। ਪਹਿਲਾਂ ਖਾਲਿਸਤਾਨੀਆਂ ਨਾਲ ਜੋੜ ਦਿੱਤਾ ਗਿਆ ਵਾਲੀਆ ਸਾਹਿਬ, ਨਹੀਂ ਜੁੜਿਆ। ਲੋਕਾਂ ਨੇ ਅਣਡਿੱਠ ਕਰਤਾ ਕੇਂਦਰ ਦੀ ਉਹਨਾਂ ਗੱਲਾਂ ਨੂੰ। ਮੋਦੀ ਮੀਡੀਆ ਨੂੰ ਜਾਂ ਗੋਦੀ ਮੀਡੀਆ ਨੂੰ ਕਹਿ ਲਈਏ, ਕੋਈ ਲੋਕਾਂ ਦੇ ਅਸਰ ਨਹੀਂ ਹੋਇਆ ਇਹਨਾਂ ਗੱਲਾਂ ਦਾ। ਲੇਕਿਨ ਇਹ ਜਿਹੜੇ ਪਰਚੇਬਾਜ਼ੀ ਦੀ ਗੱਲ ਆ ਗਈ, ਇਹ ਮਤਲਬ ਹੁਣ ਸਾਨੂੰ ਯਾਦ ਕਰਾ ਰਹੀ ਹੈ ਐਮਰਜੈਂਸੀ ਦੇ ਕਾਲੇ ਦੌਰ, ਜਦੋਂ ਕੋਈ ਕੇਂਦਰ ਦੀ ਸਰਕਾਰ ਵਿਰੁੱਧ ਬੋਲਦਾ ਸੀ, ਚੱਕ ਕੇ ਉਹਨੂੰ ਜੇਲ੍ਹ ਸਿੱਟ ਦਿੱਤਾ ਜਾਂਦਾ ਸੀ। ਉਹੀ ਵਰਤਾਰਾ ਕੇਂਦਰ ਦੀ ਸਰਕਾਰ ਆ ਜਿਹੜੇ ਦੋ ਹਮਾਰੇ ਦੋ ਵਾਲੀ ਕਹਾਣੀ ਚੱਲੀ ਹੈ, ਉਹਦੇ ਵਿੱਚ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੀ ਜੋੜੀ ਨਵੇਂ ਕੀਰਤੀਮਾਨ ਜਿਹੜੇ ਆ ਦੇਸ਼ 'ਚ ਸਥਾਪਿਤ ਕਰ ਰਹੀ ਆ, ਜਿਹੜੇ ਆਉਣ ਵਾਲੇ ਸਮੇਂ 'ਚ ਬਹੁਤ ਜਟਿਲ ਸਮੱਸਿਆਵਾਂ ਦਾ ਸਾਹਮਣਾ ਪੂਰੇ ਦੇਸ਼ ਨੂੰ ਵੀ ਕਰਨਾ ਪਊਗਾ, ਖੁਦ ਇਹਨਾਂ ਨੂੰ ਵੀ ਝੱਲਣੀ ਪਊਗੀ। ਕਿਉਂਕਿ ਜਦੋਂ ਅਸੀਂ ਕੋਈ ਮਾੜੀ ਬਿਰਤੀ ਪੈਦਾ ਕਰਦੇ ਆ ਸਮਾਜ 'ਚ, ਉਹਦਾ ਸੇਕ ਮੁੜ ਕੇ ਆਪਣੇ ਆਪ ਨੂੰ ਵੀ ਝੱਲਣਾ ਪੈਂਦਾ। ਇਤਿਹਾਸ ਹੈ, ਇਹਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਵਾਲੀਆ ਦਾ। ਜਿਹੜੀ ਰਵੀ ਦਿਸ਼ਾ ਦੀ ਗੱਲ ਹੈ, ਉਸ ਲੜਕੀ ਦਾ ਮੈਂ ਸਮਝਦਾ ਮੈਨੂੰ ਏਡਾ ਵੱਡਾ ਗੁਨਾਹ ਨਹੀਂ ਲੱਗਦਾ। ਵੈਸੇ ਤਾਂ ਹੁਣ ਪ੍ਰੋਸੀਡਿੰਗ ਚੱਲ ਰਹੀ ਹੈ, ਕਾਨੂੰਨ ਦੀ ਕਸਟਡੀ ਦੇ ਵਿੱਚ ਲੜਕੀ ਹੈਗੀ ਹੈ। ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਲੇਕਿਨ ਜੇ ਅੱਜ ਵੱਡੇ ਪੱਧਰ ਤੇ ਦੇਸ਼ ਦੇ ਵਿੱਚੋਂ ਔਰ ਵਿਦੇਸ਼ ਦੇ ਵਿੱਚੋਂ ਰਵੀ ਦਿਸ਼ਾ ਦੇ ਹੱਕ ਦੇ ਵਿੱਚ ਬਿਆਨ ਆ ਰਹੇ ਆ ਕਿ ਉਹਦੇ ਨਾਲ ਅਨਿਆਂ ਹੋ ਰਿਹਾ, ਧੱਕਾ ਹੋ ਰਿਹਾ, ਇਹਦਾ ਮਤਲਬ ਇਹ ਹੈ ਕਿ ਦੇਸ਼ ਦੀ ਸਰਕਾਰ ਕਿਸੇ ਨਾ ਕਿਸੇ ਰੂਪ 'ਚ ਕਿਸਾਨਾਂ ਦੇ ਇਸ ਸੰਗਰਾਮ ਨੂੰ ਠੱਲਣਾ ਚਾਹੁੰਦੀ ਹੈ, ਰੋਕਣਾ ਚਾਹੁੰਦੀ ਹੈ ਜਾਂ ਤਾਰ ਪੀੜੋ ਕਰਨਾ ਚਾਹੁੰਦੀ ਹੈ। ਆਪਾਂ ਦਿਸ਼ਾ ਰਾਵੀ ਦੀ ਗੱਲ ਕਰ ਰਹੇ ਹਾਂ ਵਾਲੀਆ ਸਾਹਿਬ, ਇਹਦੇ ਨਾਲ ਗ੍ਰੇਟਾ ਥਨਬਰਗ ਦੀ ਗੱਲ ਵਿੱਚ ਆ ਰਹੀ ਹੈ, ਕਿਉਂਕਿ ਟੂਲ ਕਿੱਟ ਦਾ ਜਿਹੜਾ ਮਾਮਲਾ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਉਂਕਿ ਗ੍ਰੇਟਾ ਦੇ ਵਿਰੁੱਧ ਪਹਿਲਾਂ ਵੀ ਇਹਨਾਂ ਨੇ ਜਿਹੜਾ ਮੁਕੱਦਮਾ ਦਾਇਰ ਕੀਤਾ, ਭਾਰਤੀ ਸਰਕਾਰ ਨੇ ਉਹਨਾਂ ਦੇ ਦੇਸ਼ ਨਾਲ ਵੀ ਕੰਸਰਨ ਕੀਤਾ ਕਿ ਉਹਨਾਂ ਨੂੰ ਸਾਡੇ ਦੇਸ਼ 'ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਔਰ ਜਿਹੜਾ ਮੁਕੱਦਮਾ ਦਰਜ ਕੀਤਾ UAP ਦਾ, ਇਹ ਤਾਂ ਬਹੁਤ ਵੱਡੀ ਮੰਦਭਾਗੀ ਘਟਨਾ ਹੈ। ਇੱਕ ਲੜਕੀ ਦੇ ਇੱਦਾਂ ਦਾ ਮੁਕੱਦਮਾ ਦਰਜ ਹੋ ਜੇ। ਮੇਰੇ ਦੋਨੇ ਵਕੀਲ ਪੈਨਲਿਸਟ ਸਿਆਣੇ ਆ, ਦੱਸਣਗੇ ਕਿ ਇਹ ਮੁਕੱਦਮੇ ਉਹਨਾਂ ਲੋਕਾਂ ਤੇ ਦਰਜ ਹੁੰਦੇ ਆ ਜਿਨ੍ਹਾਂ ਕਰਕੇ ਦੇਸ਼ ਨੂੰ ਖਤਰਾ ਹੋਵੇ, ਦੇਸ਼ ਨੂੰ ਭੰਨ ਤੋੜ ਜਾਂ ਦੇਸ਼ ਨੂੰ ਅਲਗਾਵਵਾਦੀ ਗਤੀਵਿਧੀਆਂ ਦੇ ਢੱਕਣ ਦੀ ਕੋਈ ਗੱਲ ਹੋਵੇ। ਇਹੋ ਜਿਹੀ ਤਾਂ ਕੋਈ ਗੱਲ ਹੈ ਨਹੀਂ। ਜੇ ਕਿਸਾਨਾਂ ਦੇ ਉਸ ਸੰਗਰਾਮ ਦੇ ਵਿੱਚ ਇਹਨਾਂ ਨੇ ਆਪਣਾ ਟਵਿੱਟਰ ਦੇ ਰਾਹੀਂ, ਕੋਈ ਵਿਅਕਤੀਗਤ ਤੌਰ ਤੇ ਤਾਂ ਆਏ ਨਹੀਂ, ਟਵਿੱਟਰ ਦੇ ਰਾਹੀਂ ਇੱਕ ਸਪੋਰਟ ਕੀਤੀ ਹੈ, ਉਹਦੇ ਨਾਲ ਹੀ UAP ਲਾ ਦੇਣਾ ਵਾਲੀਆ ਸਾਹਿਬ, ਇਸ ਤੋਂ ਵੱਡੀ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ। ਮੈਂ ਕਹਿੰਦਾ ਸਾਡੇ ਦੇਸ਼ ਦਾ ਸਿਰ ਝੁਕਾਇਆ ਮੋਦੀ ਸਾਹਿਬ ਨੇ ਜਾਂ ਕੇਂਦਰ ਦੀ ਸਰਕਾਰ ਨੇ। ਮੈਂ ਬੀਬੀ ਜਿਹੜੀ ਦਿੱਲੀ ਦੀ ਹੈਗੇ ਆ ਮਵਾਤੀ ਮਾਹੀਵਾਲ ਜੀ, ਜਿਹੜੇ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਨੀਸ਼ੀਏਟਿਵ ਲਿਆ, ਨੋਟਿਸ ਲਿਆ, ਦਿੱਲੀ ਪੁਲਿਸ ਨੂੰ ਨੋਟਿਸ ਵੀ ਕੀਤਾ ਕਿ ਜਿਹੜੀ ਕਾਨੂੰਨੀ ਚਾਰਾਜੋਈ ਕਿਸੇ ਵਿਅਕਤੀ ਨੂੰ ਦੇਸ਼ ਦੇ ਨੂੰ ਫੜਨ ਤੋਂ ਬਾਅਦ ਇੱਕ ਵਕੀਲ ਦੀ ਪ੍ਰਕਿਰਿਆ ਉਹਨੂੰ ਵਿੱਢਣ ਦਾ ਜਾਂ ਆਰੰਭਣ ਦਾ ਮੌਕਾ ਹੁੰਦਾ, ਉਹ ਪੁਲਿਸ ਨੇ ਨਹੀਂ ਦਿੱਤੀ ਗਈ। ਉਸ ਦੇ ਸਬੰਧ 'ਚ ਚੇਅਰਪਰਸਨ ਦਿੱਲੀ ਨੇ ਜਿਹੜਾ ਇਨੀਸ਼ੀਏਟਿਵ ਲਿਆ, ਇਹ ਪ੍ਰਸ਼ੰਸਾ ਦੀ ਗੱਲ ਕਰਨੀ ਬਣਦੀ ਹੈ। ਜੀ 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 ਭੁੱਲਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ, ਜਿਵੇਂ ਇਹਨਾਂ ਨੇ ਗੱਲ ਕੀਤੀ ਨਾ ਨਰਦੇਵ ਸਿੰਘ ਆਕੜੀ ਸਾਹਿਬ ਨੇ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਦੇਸ਼ ਧਰੋਹ ਮੰਨ ਕੇ ਜਿਸ ਤਰ੍ਹਾਂ ਇਹ ਸਾਰਾ ਕੁਝ ਚੱਲਣਾ ਸ਼ੁਰੂ ਹੋ ਗਿਆ ਇਸ ਦੇਸ਼ ਦੇ ਵਿੱਚ, ਜਿਹਨੂੰ ਅਨਐਲਾਨੀ ਐਮਰਜੈਂਸੀ ਕਹਿ ਰਹੇ ਨੇ ਲੋਕ, ਇਸ ਹਾਲਾਤ ਦੇ ਵਿੱਚ ਤੁਸੀਂ ਲੋਕ ਜਿਹੜੇ ਲਾਅ ਦੇ ਨਾਲ ਸੰਬੰਧਿਤ ਹੋ, ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਛੱਡ ਦਈਏ। ਹੁਣ ਜੇ ਤੁਹਾਨੂੰ ਪਤਾ, ਜਿਵੇਂ ਖੜਿਆਲ ਸਾਹਿਬ ਨੇ ਕਿਹਾ ਕਿ ਉਹਦੇ ਕੋਲ ਕੋਈ ਕਾਉਂਸਲ ਨਹੀਂ ਸੀ, ਜੇ ਉਹਨੂੰ 5 ਦਿਨ ਦਾ ਰਿਮਾਂਡ ਦੇਤਾ,
ਤੇ ਇਹ ਸਾਰੇ ਦਾ ਕੋਈ ਹੱਲ ਨਹੀਂ ਨਜ਼ਰ ਆਉਂਦਾ ਤੁਹਾਨੂੰ? ਜੀ ਭੁੱਲਰ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਨੂੰ ਲੱਗ ਰਿਹਾ ਤੁਸੀਂ ਰੀਜੁਆਇਨ ਕਰੋ। ਇਹੀ ਸਵਾਲ ਲੈ ਕੇ ਖਡਿਆਲ ਸਾਹਿਬ ਕੋਲ ਮੈਂ ਮੈਂ ਮਿਲ ਗਿਆ, ਮੈਨੂੰ ਤੁਹਾਡਾ ਸਵਾਲ ਮਿਲ ਗਿਆ ਮੈਨੂੰ। ਹਾਂਜੀ 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 ਜੀ ਜੀ। ਮੈਂ ਕਿਹਾ ਕਿ ਯੂ ਸਟੋਲਨ ਮਾਈ ਵਰਡਸ, ਤੁਸੀਂ ਮੇਰੇ ਲਫ਼ਜ਼ ਮੂੰਹ ਤੇ ਕਹਿਤੇ ਕਿ ਇਹ ਇੱਕ ਅਣਐਲਾਨੀ ਐਮਰਜੈਂਸੀ ਚੱਲ ਰਹੀ ਹੈ ਮੁਲਕ ਦੇ ਵਿੱਚ, ਕਿ ਇਹ ਜਿਹੜਾ ਆਪਸੀ ਪਾਰਟੀਆਂ ਦੇ ਵਿੱਚ ਤਾਂ ਇੱਕ ਰਮਜ਼ੋ ਗਮ ਜਿਹੜੀ ਰੰਜੀਦਗੀ ਚੱਲਦੀ ਰਹਿੰਦੀ ਸੀਗੀ, ਕੰਪੀਟੀਸ਼ਨ ਕਹਿ ਲਓ ਜਾਂ ਇੱਕ ਸਿਆਸੀ ਜਿਹੜਾ ਮੁਖਾਲਫੀਨ ਨੇ ਤਾਂ ਇੱਕ ਦੂਜੇ ਦਾ ਵਿਰੋਧ ਕਰਨਾ ਹੀ ਹੈ, ਪਰ ਜਿਵੇਂ ਜਿਹੜਾ ਡਿਸੈਂਟ ਹੈ, ਜਿਹੜਾ ਵਿਰੋਧ ਹੈ, ਉਹਨੂੰ ਦਬਾਉਣ ਦੀ, ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ, ਤੁਸੀਂ ਇਹਦੀਆਂ ਕੜੀਆਂ ਜੋੜੋ ਪਿੱਛੇ। ਗੌਰੀ ਲੰਕੇਸ਼ ਫਿਰ ਸ਼ਾਇਦ ਤੁਹਾਡੀ ਆਵਾਜ਼ ਦੀ ਪ੍ਰੋਬਲਮ ਆ ਗਈ। ਸਾਡੇ ਜਿਹੜੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਆਮ ਆਦਮੀ ਪਾਰਟੀ ਤੇ ਜੇ ਗੱਲ ਕਰ ਰਹੇ ਸੀ, ਇਹ ਅਸੀਂ ਗੱਲਬਾਤ ਉਹਨਾਂ ਨਾਲ ਜਿਹੜੀ ਹੈ ਫਿਰ ਜਾਰੀ ਰੱਖਾਂਗੇ, ਪਰ ਇੱਕ ਬ੍ਰੇਕ ਲੈ ਲਈਏ। ਬ੍ਰੇਕ ਦੇ ਜਾਣ ਤੋਂ ਪਹਿਲਾਂ ਮੈਂ ਪਿਆਰੇ ਦਰਸ਼ਕੋ ਤੁਹਾਨੂੰ ਯਾਦ ਕਰਾਵਾਂ ਕਿ 10:45 ਵਜੇ ਅੱਜ ਰਾਤ ਨੂੰ ਇਹ ਪ੍ਰੋਗਰਾਮ ਨੂੰ ਅਸੀਂ ਟੈਲੀਕਾਸਟ ਕਰਦੇ ਹਾਂ, ਹਰ ਰੋਜ਼ ਹੀ ਕਰਦੇ ਹਾਂ, ਅੱਜ ਵੀ ਕਰਾਂਗੇ। ਔਰ ਨਾਰਥ ਅਮਰੀਕਾ ਦੇ ਦਰਸ਼ਕ ਸਾਡੇ ਲਗਾਤਾਰ ਇਸ ਮਾਮਲੇ ਜੁੜੇ ਰਹਿੰਦੇ ਨੇ, ਔਰ YouTube, Facebook, ਗੂਗਲ, ਐਪਲ, ਇਹ ਸਾਰੇ ਜਿਹੜੇ 7 ਪੋਡਕਾਸਟ ਨੇ ਉਹਨਾਂ 'ਤੇ ਇਹ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ। ਲੈਣੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਭੁੱਲਰ ਸਾਹਿਬ, ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤੇ ਤੁਹਾਡੀ ਆਵਾਜ਼ ਸਾਡੇ ਕੋਲ ਆ ਰਹੀ ਹੈ, ਪਹਿਲਾਂ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ, ਫਿਰ ਮੈਂ ਹੋਰ ਦੋਸਤਾਂ ਕੋਲ ਜਾਊਂਗਾ। ਜੀ ਵਾਲੀਆ ਸਾਹਿਬ, ਮੈਂ ਕਹਿ ਰਿਹਾ ਸੀ ਕਿ ਤੁਸੀਂ ਇਹਦੀਆਂ ਕੜੀਆਂ ਜੋੜੋ। ਜਿਹੜੀ ਇੱਕ ਰੰਜੀਦਗੀ ਆਪਸ ਦੇ ਵਿੱਚ ਮੁਖਾਲਫਤ ਹੈ, ਉਹ ਸਿਆਸੀ ਮੁਖਾਲਫੀਨ ਝਗੜਦੇ ਹੀ ਆਏ ਆ। ਜਦੋਂ ਤੋਂ ਮੁਲਕ ਬਣਿਆ ਉਦੋਂ ਤੋਂ ਹੀ ਉਹ ਝਗੜਾ ਚੱਲਦਾ ਰਿਹਾ, ਜਿਹੜੇ ਪੋਲੀਟੀਕਲ ਅਪੋਨੈਂਟਸ ਹੈਗੇ ਆ। ਪਰ ਇਹ ਜਿਹੜਾ ਹੁਣ ਮਾਹੌਲ ਮੁਲਕ ਦੇ ਵਿੱਚ ਪੈਦਾ ਕੀਤਾ ਹੋਇਆ ਨਾ, ਤੁਸੀਂ ਹੁਣ ਤੋਂ ਨਹੀਂ, ਜਿਹੜੀ ਸਰਕਾਰ ਦੇ ਖਿਲਾਫ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਦਾ ਜਿਹੜਾ ਇਹ ਚੱਲਣ ਆ, ਇਹਨੂੰ ਤੁਸੀਂ ਗੌਰੀ ਲੰਕੇਸ਼ ਦੇ ਕਤਲ ਤੋਂ ਲੈ ਕੇ ਔਰ ਸ਼ਕੂਰਾ ਜਰਗਰ ਦੀ ਜੇਲ੍ਹ ਤੋਂ ਲੈ ਕੇ ਔਰ ਕਨਈਆ ਕੁਮਾਰ ਹੋਰਾਂ ਨੂੰ ਟੁਕੜੇ ਟੁਕੜੇ ਗੈਂਗ ਕਹਿਣ ਤੋਂ ਲੈ ਕੇ ਉਹ ਸਾਰਾ ਜਿਹੜਾ ਰਸਤਾ ਹੁਣ ਤੱਕ ਤੈਅ ਕੀਤਾ ਮੋਦੀ ਸਰਕਾਰ ਨੇ, ਉਹਦੇ ਪਿੱਛੇ ਕਾਰਨ ਦੇਖੋ। ਪੈਟਰੋਲ ਔਰ ਡੀਜ਼ਲ ਰੀਸੈਂਟਲੀ 3 ਵਾਰ ਵੱਧ ਗਿਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ। 100 ਰੁਪਏ ਨੂੰ ਪੈਟਰੋਲ ਹੋ ਗਿਆ, 81 ਰੁਪਏ ਨੂੰ ਡੀਜ਼ਲ ਹੋ ਗਿਆ, 800 ਰੁਪਏ ਨੂੰ LPG ਸਿਲੰਡਰ ਹੋ ਗਿਆ। 2.5 ਕਰੋੜ ਨੌਕਰੀਆਂ ਕਿੱਥੇ ਗਈਆਂ, ਔਰ 81 ਦਿਨ ਹੋ ਕੇ ਸਾਡੇ ਕਿਸਾਨਾਂ ਨੂੰ ਉੱਥੇ ਬੈਠਿਆਂ। ਔਰ ਅਕ੍ਰੋਸ ਦਾ ਗਲੋਬ ਇਹਨਾਂ ਨੇ ਰਿਹਾਨਾ ਨੂੰ ਵੀ ਖਾਲਿਸਤਾਨੀ ਕਹਿਤਾ, ਜਿਨੇ ਕਰੋੜਾਂ ਰੁਪਈਆ ਜਿਹੜਾ ਹੈਗਾ ਕੋਵਿਡ ਦੇ ਦਰਮਿਆਨ ਔਰ ਉਸ ਤੋਂ ਪਹਿਲਾਂ ਜਿਹੜੀਆਂ ਕੁਦਰਤੀ ਆਫਤਾਂ ਦਰਮਿਆਨ ਆਪਣੇ ਲੋਕਾਂ ਦੀ ਇਮਦਾਦ ਕੀਤੀ। ਔਰ ਉਸ ਤੋਂ ਬਾਅਦ ਗ੍ਰੇਟਾ ਥਨਬਰਗ ਦਾ ਤਾਂ ਕੁਝ ਵਿਗਾੜ ਨਹੀਂ ਸੀ ਸਕਦੇ। ਔਰ ਇਹ ਜਿਹੜਾ ਨਿਕਿਤਾ ਜੈਕਬ ਔਰ ਸ਼ਾਂਤਨੂ ਤੇ ਦਿਸ਼ਾ ਰਵੀ ਦੇ ਉੱਤੇ ਕੇਸ ਦਰਜ ਕੀਤਾ ਗਿਆ, ਜਾਂ ਨੋਦੀਪ ਕੌਰ ਦੇ ਨਾਲ ਜੋ ਵਾਪਰਿਆ ਵਾ, ਉਹ ਸਿਰਫ ਇੱਕ ਨੈਰੇਟਿਵ ਸੈੱਟ ਕਰਨ ਲਈ ਔਰ ਲੋਕਾਂ ਨੂੰ ਦਿਖਾਉਣ ਲਈ ਕਿ ਜੇਕਰ ਤੁਸੀਂ ਵੀ ਇਸ ਅੰਦੋਲਨ ਦਾ ਹਿੱਸਾ ਬਣੋਗੇ ਜਾਂ ਸਰਕਾਰ ਦੇ ਖਿਲਾਫ ਆਵਾਜ਼ ਉਠਾਓਗੇ, ਤਾਂ ਜਿਹੜੀ ਤੁਸੀਂ ਲਫ਼ਜ਼ ਕਹੇ ਸੀ ਸ਼ੁਰੂ ਚ ਕਿ ਇੱਕ ਅਨਐਲਾਨੀ ਅਨਡਿਕਲੇਅਰਡ ਐਮਰਜੈਂਸੀ ਮੁਲਕ ਦੇ ਵਿੱਚ ਲੱਗੀ ਹੋਈ ਹੈ। ਔਰ ਉਹੀ ਬੀਜੇਪੀ ਦੇ ਜਿਹੜੇ ਚੰਦ ਕੁ ਲੀਡਰ ਜਿਨ੍ਹਾਂ ਨੇ ਐਮਰਜੈਂਸੀ ਦੇ ਦਰਮਿਆਨ 70ਵਿਆਂ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਤਾ ਸੀ, ਤੇ ਉਹ ਟੈਗ ਆਪਣੇ ਮੋਢੇ ਤੇ ਲਾ ਕੇ ਤਮਗਾ ਜਿਹੜਾ ਹੈਗਾ ਆਪਣੇ ਮੱਥੇ ਤੇ ਸਜਾ ਕੇ ਫਿਰਦੇ ਆ ਕਿ ਅਸੀਂ ਐਮਰਜੈਂਸੀ 'ਚ ਜੇਲ੍ਹ ਕੱਟੀ ਹੈ। ਬੇਸਿਕਲੀ ਇਹ ਇੱਕ ਇਸ ਕਿਸਮ ਦਾ ਮਾਹੌਲ ਮੁਲਕ 'ਚ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਕਿਉਂਕਿ ਨਰਿੰਦਰ ਮੋਦੀ ਨੂੰ ਬੜਾ ਡਿਸਿਸਿਵ, ਬੜਾ ਦ੍ਰਿੜ, ਬੜਾ ਫਰਮ ਬਿਲੀਫ ਵਾਲਾ, ਬੜਾ ਕਹਿਣੀ ਤੇ ਕਥਨੀ ਦਾ ਪੱਕਾ ਜੋ ਮੂੰਹ 'ਚੋਂ ਨਿਕਲ ਗਿਆ, ਉਹਦੇ ਉੱਤੇ ਪਹਿਰਾ ਦੇਣ ਵਾਲਾ ਪ੍ਰਧਾਨ ਮੰਤਰੀ ਬਣਾ ਕੇ ਹੁਣ ਤੱਕ ਪੇਸ਼ ਕੀਤਾ ਗਿਆ ਸੀਗਾ। ਔਰ ਸਮੁੱਚੇ ਜਿਹੜਾ ਕਿਸਾਨੀ ਔਰ ਮਜ਼ਦੂਰੀ ਨਾਲ ਜੁੜੇ ਹੋਏ ਲੋਕ ਨੇ, ਸਾਰੇ ਜਿੰਨੇ ਵੀ ਵਸਤਾ ਉੱਥੇ ਅੰਦੋਲਨ ਕਰ ਰਹੇ ਦਿੱਲੀ ਦੀਆਂ ਬਰੂਹਾਂ ਤੇ, ਉਹਨਾਂ ਨੇ ਉਸ ਬਿੰਬ ਨੂੰ ਢਾਹ ਲਾਈ ਹੈ। ਉਸ ਬਿੰਬ ਨੂੰ ਵਿਛਾਉਣ ਖਾਤਰ ਜਿਹੜੀ ਇਹ ਸਾਰੀ ਚਾਰਾਜੋਈ, ਸਾਰੀ ਜਿਹੜੀ ਕਵਾਇਦ ਆ ਇਸ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਔਰ ਇਸ ਸਾਰੇ ਵਿੱਚ ਦੇ ਦਰਮਿਆਨ ਸਰਕਾਰ ਇਨਸੈਂਸਿਟਿਵ ਕਿੰਨੀ ਹੈ। ਸਾਡੇ ਗ੍ਰਹਿ ਮੰਤਰੀ ਸਾਹਿਬ ਕੱਲ ਫਿਰ ਕਹਿ ਰਹੇ ਸੀ ਕਿ ਇੱਕ ਵਾਰੀ ਜਿਹੜੀ ਕੋਵਿਡ ਦੀ ਵੈਕਸੀਨ ਹੈ ਉਹਦਾ ਪਹਿਲਾ ਜਿਹੜਾ ਫੇਜ਼ ਆ ਉਹ ਕੰਪਲੀਟ ਹੋ ਲੈਂਦੇ, ਔਰ ਉਸ ਤੋਂ ਬਾਅਦ ਅਸੀਂ CAA ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਜਾਂ NPR ਨੈਸ਼ਨਲ ਪਾਪੂਲੇਸ਼ਨ ਰਜਿਸਟਰ, ਉਹ ਦੁਬਾਰਾ ਫੇਰ ਲਾਗੂ ਕਰਾਂਗੇ। ਬੇਸਿਕਲੀ ਇਹਦਾ ਕਾਰਨ ਇਹੀ ਹੈ ਕਿ ਲੋਕਾਂ ਦੀ ਆਵਾਜ਼ ਦਬਾਈ ਜਾਵੇ ਤੇ ਇੱਕ ਕਿਸਮ ਦਾ ਜਿਹੜਾ ਜਿਵੇਂ ਚਾਈਨਾ ਦੇ ਵਿੱਚ ਇੱਕ ਸਿਸਟਮ ਸਿਰਜਿਆ ਗਿਆ ਨਾ ਕਿ ਨਰਿੰਦਰ ਮੋਦੀ ਸਾਰਾ ਕੁਝ ਹੈਗੇ ਆ, ਇਹ ਭਗਵਾਨ ਦਾ ਅਵਤਾਰ ਨੇ, ਉਹਨਾਂ ਦਾ ਜਿਹੜਾ ਦਾੜੀ ਵਧਾਉਣਾ
ਔਰ ਇਹ ਕਹਿਣਾ ਕਿ ਪਾਕਿਸਤਾਨ ਇਹਨਾਂ ਦੀ ਦਾੜੀ ਤੋਂ ਡਰ ਗਿਆ, ਇਹਨੂੰ ਤੁਸੀਂ ਵੱਡੇ ਕੈਨਵਸ ਦੇ ਉੱਤੇ ਦੇਖੋਗੇ ਤਾਂ ਬੜੀ ਵੱਡੀ, ਜਿਵੇਂ ਆਤਰੀ ਸਾਹਿਬ ਨੇ ਕਿਹਾ ਨਾ ਕਿ ਸਾਜ਼ਿਸ਼ ਨਹੀਂ, ਇਹ ਇੱਕ ਬੜਾ ਵੱਡਾ ਸ਼ੜਯੰਤਰ ਆ। ਔਰ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਔਰ ਸਾਰੀਆਂ ਜਥੇਬੰਦੀਆਂ ਨੂੰ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਭੁੱਲਰ ਸਾਹਿਬ, ਜਿਹੜੀ ਗੱਲ ਤੁਸੀਂ ਇੱਕ ਕਹੀ ਹੈ ਉਹਦੇ ਚੋਂ ਜਿਹੜਾ ਨੁਕਤਾ ਨਿਕਲਦਾ ਹੈ ਉਹ ਮੈਂ ਦਰਸ਼ਕ ਜੀ ਕੋਲ ਜਾਣਾ ਹੈ। ਦਰਸ਼ਕ ਜੀ ਮਨਜਿੰਦਰ ਸਿੰਘ ਭੁੱਲਰ ਹੋਰਾਂ ਨੇ ਜਿਹੜੀ ਗੱਲ ਕਹੀ, ਉਹ ਇੱਕ ਜਿਹੜੀ ਮੀਡੀਆ ਮੈਨੇਜਮੈਂਟ ਕਰ ਰਹੀ ਹੁੰਦੀ ਹੈ ਸਾਡੀ ਸਰਕਾਰ। ਜਦੋਂ ਕਿਸਾਨ ਬੈਠੇ, ਸੁਸ਼ਾਂਤ ਰਾਜਪੂਤ ਆ ਗਿਆ, ਪਦਕੌਣ ਦਾ ਨਸ਼ਾ ਆ ਗਿਆ, ਵੱਡੇ ਮਤਲਬ ਲਾਈਵ ਟੈਲੀਕਾਸਟ ਕੀਤੇ ਗਏ ਤਾਂ, ਔਰ ਛੱਡੋ ਤੁਸੀਂ ਜਿਸ ਦਿਨ ਇੱਕ ਵੱਡਾ ਐਕਸ਼ਨ ਕਿਸਾਨਾਂ ਨੇ ਕਰਨਾ ਸੀ ਉਸ ਦਿਨ ਜਿਹੜਾ ਜਗਰਾਉਂ ਦੇ ਲਾਗੇ ਨਾਨਕਸਰ ਵਾਲਾ ਸੰਤ ਹੈ ਉਹਦੀ ਖਬਰ ਜਿਹੜੀ ਹੈ ਇਸ ਤਰੀਕੇ ਨਾਲ ਫਲੋਟ ਕਰਤੀ ਕਿ ਜੀ ਉਹਦੇ ਲਈ ਕੋਈ ਪ੍ਰਸਤਾਵ ਦਿੱਤਾ। ਹੁਣ ਕਿੱਥੇ ਹੈ ਜੀ? ਸੰਤ ਲੱਖਾ ਸਿੰਘ ਨਾਲ ਜਿਹੜੀ ਐਡਾ ਸਾਡਾ ਮੀਡੀਆ ਚਲਾ ਰਿਹਾ ਸੀ, ਪਰ ਉਹਦਾ ਕਾਰਨ ਸੀ ਕਿ ਕਿਸਾਨਾਂ ਦੀ ਖਬਰ ਨੂੰ ਮਾਰਨਾ ਸੀ। ਕਿਤੇ ਡਾਕਟਰ ਸਾਹਿਬ ਦੇਖੋ ਗੱਲ ਹੈ ਵਾਰੀ ਸਾਹਿਬ, ਇਸ ਗੱਲ ਦੇ ਲਈ ਤਾਂ ਆਪਾਂ ਪਹਿਲਾਂ ਵੀ ਕਈ ਵਾਰ ਚਰਚਾ ਕਰ ਚੁੱਕੇ ਹਾਂ ਕਿ ਇਸ ਮੋਦੀ ਸਰਕਾਰ ਨੇ ਆਪਣਾ ਜਿਹੜਾ ਮੀਡੀਆ ਹੈ, ਖਾਸ ਤੌਰ 'ਤੇ ਜਿਹਨੂੰ ਆਪਾਂ ਕਈ ਤਰ੍ਹਾਂ ਦੇ ਨਾਂ ਦਿੰਦੇ ਹਾਂ, ਤੁਸੀਂ ਟੀਰਾ ਮੀਡੀਆ ਵੀ ਕਹਿੰਦੇ ਹੋ, ਗੋਦੀ ਮੀਡੀਆ ਵੀ ਕਹਿੰਦੇ ਹੋ, ਮੋਦੀ ਮੀਡੀਆ ਵੀ ਕਹਿੰਦੇ ਹੋ। ਤੁਸੀਂ ਇੱਕ ਵਾਰੀ ਤੁਸੀਂ TV ਲਾ ਕੇ ਤਾਂ ਦੇਖੋ ਨੈਸ਼ਨਲ ਨਿਊਜ਼, ਉੱਥੇ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਨੇ। ਇਹੀ ਕਾਰਨ ਹੈ ਕਿ ਕੌਮਾਂਤਰੀ ਪੱਧਰ ਦੇ ਉੱਤੇ ਵੀ ਇੱਕ ਗਲਫ ਦੇ ਵਿੱਚ ਅਖਬਾਰ ਛਪਦੀ ਹੈ, ਉਹਦੇ ਵਿੱਚ ਇੱਕ ਕਾਲਮ ਛਪਿਆ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਕੌਮਾਂਤਰੀ ਇੰਡੀਆ ਦਾ ਮੀਡੀਆ ਹੈ ਉਸ ਦੇ ਉੱਤੇ ਜਦੋਂ ਡਿਬੇਟ ਹੁੰਦੀ ਹੈ, ਖਾਸ ਤੌਰ 'ਤੇ ਮੇਨ ਸਟ੍ਰੀਮ ਮੀਡੀਆ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹਦੇ ਅੱਗੇ ਇਹ ਲਿਖ ਦੇਣਾ ਚਾਹੀਦਾ ਹੈ ਕਿ ਇਹ ਬਹਿਸ ਦੇਖਣੀ ਸਿਹਤ ਲਈ ਹਾਨੀਕਾਰਕ ਹੈ। ਜਿਵੇਂ ਆਪਾਂ ਸ਼ਰਾਬ ਦੇ ਉੱਤੇ ਲੇਬਲ ਲੱਗਿਆ ਹੁੰਦਾ ਹੈ, ਸਿਗਰਟ ਦੇ ਉੱਤੇ ਲੇਬਲ ਲੱਗਦਾ, ਅਤੇ ਇਸ ਤਰੀਕੇ ਦੇ ਤਾਂ ਹੁਣ ਅੱਜ ਕੱਲ੍ਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੇਬਲ ਲੱਗਦੇ ਨੇ। ਅਤੇ ਤੁਸੀਂ ਦੇਖੋ ਉਹਦੇ ਵਿੱਚ ਹਮੇਸ਼ਾ ਹੀ ਜਿਹੜਾ ਹੈਗਾ ਗੁਣਗਾਨ ਮੋਦੀ ਸਰਕਾਰ ਦੇ ਕੀਤੇ ਜਾਂਦੇ ਆ। ਜਿਹੜੇ ਕੋਈ ਐਜੀਟੇਸ਼ਨ ਚੱਲਦੀ ਹੈ ਉਸ ਐਜੀਟੇਸ਼ਨ ਦੇ ਖਿਲਾਫ ਤਰ੍ਹਾਂ ਦੀਆਂ ਜਿਹੜੇ ਹੈਗੇ ਵਧੀਆ, ਜਿਨ੍ਹਾਂ ਨੂੰ ਅਸੀਂ ਇੱਕ ਸਮੇਂ ਦੇ ਵਿੱਚ ਵਧੀਆ ਪੱਤਰਕਾਰ ਸਮਝਦੇ ਸੀਗੇ, ਉਹਨਾਂ ਦੀਆਂ ਤਰ੍ਹਾਂ ਦੀਆਂ ਇਸ ਤਰ੍ਹਾਂ ਟਿੱਪਣੀਆਂ ਆਉਂਦੀਆਂ ਨੇ। ਅਤੇ ਉਹਦੇ ਵਿੱਚ ਮੈਂ ਰਾਤੀ ਤਾਂ ਇੱਕ ਹੋਰ ਗੱਲ ਸੁਣ ਰਹੇ ਸੀਗੇ ਵੀ ਜਿਹੜੇ ਕਿਸਾਨ ਨੇ ਜੀ, ਕਹਿੰਦੇ ਫਾਰਚੂਨ ਗੱਡੀ ਲਈ ਫਿਰਦੇ ਆ ਅਤੇ ਕਹਿੰਦੇ ਚੰਗੇ ਹੋਟਲਾਂ ਦੇ ਵਿੱਚ ਰਹਿੰਦੇ ਆ। ਫਿਰ ਅਸੀਂ ਕਹਿੰਦੇ ਹਾਂ ਜੀ ਗਰੀਬ ਕਿਸਾਨ। ਦੱਸੋ, ਜੇਕਰ ਕਿਸੇ ਦੇ ਹੱਕਾਂ ਦੀ ਰਾਖੀ ਮਤਲਬ ਕਿਸੇ ਦੇ ਹੱਕ ਖੋਹੇ ਚੱਲਦੇ ਆ ਤਾਂ ਅਮੀਰ ਬੰਦੇ ਦੇ ਹੱਕ ਖੋਹੇ ਜਾਣ, ਕਿ ਉਸ ਨੂੰ ਐਜੀਟੇਸ਼ਨ ਕਰਨ ਦਾ ਹੱਕ ਨਹੀਂ ਹੈਗਾ? ਅਤੇ ਇਸੇ ਤਰੀਕੇ ਦੇ ਨਾਲ ਜਿਹੜਾ ਇਹ ਮੀਡੀਆ ਖਾਸ ਤੌਰ 'ਤੇ ਸਾਡਾ ਇੰਡੀਆ ਦਾ ਮੀਡੀਆ ਬਹੁਤ ਬਦਨਾਮ ਹੋ ਚੁੱਕਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਇਹ ਗੱਲ ਕਹਿੰਦੇ ਆ ਕਿ ਸਾਡੇ ਮੀਡੀਆ ਨੂੰ ਵੀ ਮਤਲਬ ਇੰਟਰਨੈਸ਼ਨਲ ਮੀਡੀਆ ਦੇ ਬਰਾਬਰ ਹੋਣਾ ਚਾਹੀਦਾ, ਅਤੇ ਉਹ ਮੀਡੀਆ ਕਿਵੇਂ ਬਰਾਬਰ ਹੋਊਗਾ ਜਿਹਨੂੰ? ਚਲੋ, ਹਾਂਜੀ, ਮੇਰਾ ਜਿਹੜਾ ਪੁਆਇੰਟ ਥੋੜ੍ਹਾ ਡਿਫਰੈਂਟ ਸੀ। ਹਾਂਜੀ, ਮੈਂ ਇਹ ਕਹਿ ਰਿਹਾ ਕਿ ਟਵਿੱਟਰ 'ਤੇ, WhatsApp 'ਤੇ ਜਿਸ ਤਰੀਕੇ ਨਾਲ ਇਹਨਾਂ ਨੇ ਟਵੀਟ ਕਰਨ ਜਿਹੜੇ ਲੱਗੇ ਸੀ 1178, ਹਾਂਜੀ, ਉਹ ਵੀ ਹਟਾਤੇ ਔਰ ਉਹਨਾਂ ਨੂੰ ਚੈੱਕ ਕਰਨ ਲੱਗੇ ਕਿ ਸਾਈਬਰ ਜਿਹੜਾ ਹੈ ਮੀਡੀਆ ਉਹਦੇ 'ਚ ਕੋਈ ਗੱਲ ਖਿਲਾਫ ਨਾ ਜਾਵੇ। ਫਿਰ ਅਗਲੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਿਸ ਤਰੀਕੇ ਨਾਲ ਜੁਡੀਸ਼ਰੀ ਦੇ ਵਿੱਚ ਚੱਲ ਰਿਹਾ ਹੈ, ਫਿਰ ਪੁਲਿਸ ਰਾਹੀਂ ਜਿਵੇਂ ਬੈਰੀਕੇਡ ਕੀਤੇ ਨੇ, ਜਿਵੇਂ ਸੰਸਦ 'ਚ ਹੋਇਆ ਉਵੇਂ ਸੜਕ 'ਤੇ ਹੋਇਆ, ਉਵੇਂ ਸਾਈਬਰ ਲੈ 'ਤੇ ਚੱਲ ਰਿਹਾ ਕੰਮ। ਖੜਿਆਲ ਸਾਹਿਬ, ਮੈਂ ਇਹੀ ਗੱਲ ਜਿਹੜੀ ਹੈ ਜਿਵੇਂ ਭੁੱਲਰ ਸਾਹਿਬ ਨਾਲ ਮੈਂ ਕੀਤੀ ਹੈ, ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਹਾਲਾਤ ਬਣੇ ਨੇ ਉਹਦੇ ਵਿੱਚ ਸਾਡਾ ਤੁਹਾਡਾ ਰੋਲ, ਮੀਡੀਆ ਦਾ ਛੱਡੋ, ਮੀਡੀਆ ਵਾਲੀ ਗੱਲ ਦਰਸ਼ਕ ਜੀ ਨੇ ਦੱਸਤੀ ਕਿ ਮੀਡੀਆ ਦਾ ਟੀਰਾ ਹੋ ਚੁੱਕਿਆ। ਕੀ ਤੁਹਾਡੀ, ਜਿਵੇਂ ਰੰਜਨ ਗਗੋਈ ਨੇ ਵੀ ਕੱਲ੍ਹ ਕਿਹਾ ਕਿ ਜੇ ਮੈਂ ਸੌਦਾ ਕਰਦਾ ਤਾਂ ਮੈਂ ਵੱਡਾ ਕਰਨਾ ਸੀ, ਲੇਕਿਨ ਉਹਨੇ ਇਹ ਸਵਾਲ ਵੀ ਖੜਾ ਕਰਤਾ ਵੀ ਸਾਡੀ ਜੁਡੀਸ਼ਰੀ 'ਚ ਬਹੁਤ ਕੁਛ ਕਰਨ ਵਾਲਾ ਪਿਆ। ਅਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਸਾਡੀ ਜਿਹੜੀ ਜੁਡੀਸ਼ਰੀ ਹੈ, ਖਾਸ ਤੌਰ 'ਤੇ ਵਕੀਲ ਭਾਈਚਾਰਾ ਹੈ, ਉਹਦੀ ਭੂਮਿਕਾ ਵੱਧ ਗਈ? ਜੀ, ਤੁਸੀਂ ਸਹੀ ਕਿਹਾ ਕਿ ਦੇਖੋ, ਮੈਂ ਵਕੀਲ ਹਾਂ, ਮੈਨੂੰ ਵੀ ਸਰਕਾਰ ਖਿਲਾਫ ਬੋਲਣ ਲੱਗੇ 2 ਵਾਰੀ ਨਹੀਂ, 10 ਵਾਰੀ ਨਹੀਂ, 50 ਵਾਰੀ ਸੋਚਣਾ ਪੈਂਦਾ ਹੈ
ਕਿ ਮੇਤੇ ਤਾਂ ਨਹੀਂ NSA ਲਾ ਦੇਣਗੇ, ਮੇਤੇ ਤਾਂ ਨਹੀਂ ਆਪਾ ਲਾ ਦੇਣਗੇ, ਮੈਨੂੰ ਤਾਂ ਨਹੀਂ ਜੇਲ੍ਹ ਛੱਡ ਦੇਣਗੇ। ਆਲਦੋ ਆਈ ਬੀ ਏਬਲ ਟੂ ਡਿਫੈਂਡ ਮਾਈ ਸੈਲਫ, ਮੈਨੂੰ ਆਪ ਕਚਹਿਰੀ ਜਾਣਾ ਪਊ, ਮੈਨੂੰ ਆਪ ਬਹਿਸ ਆਪਦਾ ਵਕੀਲ ਬਣਨਾ ਪਊ, ਭਕਾਈ ਕਰਨੀ ਪਊ, ਤਰੀਕਾ ਭੁਗਤਣੀਆਂ ਪੈਣਗੀਆਂ। ਬਟ ਜੇ ਵਕੀਲ ਇੰਨਾ ਘਬਰਾਉਂਦਾ, ਜੇ ਵਕੀਲ ਇੰਨਾ ਡਰਦਾ ਹੈ ਸਰਕਾਰ ਦੇ ਲਾਸ ਤੋਂ, ਸੈਡੀਸ਼ਨ ਜਿਹੜੀ ਅਨਨੈਸੈਸਰੀਲੀ ਯੂਜ਼ ਕਰ ਰਿਹਾ, ਆਮ ਬੰਦਾ ਕਿੱਥੇ ਜਾਊਗਾ? ਦੇਖੋ, ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਜਿਹੜਾ ਸਭ ਤੋਂ ਸੋਹਣਾ, ਸਭ ਤੋਂ ਬਿਊਟੀਫੁਲ ਆਪਣਾ ਪਾਰਟ ਹੈ, ਉਹ ਹੈ ਡਿਸੈਂਟ, ਫਰਕ ਓਪੀਨੀਅਨ ਦੇ ਵਿੱਚ। ਇਹ ਓਪੀਨੀਅਨ ਨੂੰ ਖਤਮ ਕਰੀ ਜਾਂਦੇ ਆ। ਤੁਸੀਂ ਇਹ ਦੇਖੋ, ਨਾਨ BJP ਸਟੇਟਸ ਦੇ ਵਿੱਚ ਇਹ ਜਾਂ ਕੁਝ ਨਹੀਂ ਹੁੰਦਾ। ਮੈਜੋਰਿਟੀ ਆਫ ਦ ਥਿੰਗਸ ਜਿਹੜਾ ਆਪਣਾ ਡਿਸੈਂਟ ਨੂੰ ਖਤਮ ਕੀਤਾ ਜਾ ਰਿਹਾ, ਉਹ BJP ਰੂਲ ਸਟੇਟਸ ਦੇ ਵਿੱਚ ਹੋ ਰਿਹਾ। ਫਿਰ ਜੀ ਆਪਣਾ ਮੈਂ ਤੁਹਾਨੂੰ ਇੰਪੋਰਟੈਂਟ ਚੀਜ਼ ਇਹ ਦੱਸਦਾ ਕਿ ਜਿਹੜੇ ਅਬਿਊਜ਼ ਆਫ ਪਾਵਰ ਹੁੰਦੀ ਹੈ ਆਪਣਾ, ਇਹਦੇ ਖਿਲਾਫ ਸਟ੍ਰਿਕਟ ਲਾਜ਼ ਬਣਨੇ ਚਾਹੀਦੇ। ਇਟਸ ਵੈਰੀ ਇੰਪੋਰਟੈਂਟ ਕਿ ਸਟ੍ਰਿਕਟ ਲਾਜ਼ ਹੋਣ। ਕੋਈ ਵੀ ਮਿਨਿਸਟਰ ਹੈ, ਐਡਮਿਨਿਸਟ੍ਰੇਸ਼ਨ ਹੈ, ਪੁਲਿਸ, ਸਰਕਾਰ ਦੇ ਕਹਿਣ ਤੇ ਜੇ ਕੁਝ ਗਲਤ ਕਰਦਾ ਹੈ, ਉਹਦੇ ਖਿਲਾਫ ਆਪਣਾ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਸਟ੍ਰਿੰਜੈਂਟ। ਦੂਜਾ, ਜਿਹੜੇ ਆਪਣੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ, ਸਟੇਟ ਹਿਊਮਨ ਰਾਈਟਸ ਕਮਿਸ਼ਨ ਹੈ, ਉਹ ਟੁੱਥਲੈਸ ਟਾਈਗਰਸ ਹੈ ਜੀ। ਉਹ ਸ਼ੇਰ ਹੈ ਬਗੈਰ ਦੰਦਾਂ ਦੇ, ਉਹਨਾਂ ਕੋਲ ਪਾਵਰਸ ਹੀ ਨਹੀਂ ਹੈਗੀਆਂ। ਹੁਣ ਮੇਰੀ ਹਿਊਮਨ ਰਾਈਟ ਵਾਇਲੇਟ ਹੋ ਜਾਏ, ਤੁਹਾਡੀ ਹਿਊਮਨ ਰਾਈਟ ਵਾਇਲੇਟ ਹੋ ਜਾਏ, ਤੁਹਾਨੂੰ ਲੱਗਦਾ ਹਿਊਮਨ ਰਾਈਟ ਕਮਿਸ਼ਨ ਕੁਝ ਕਰ ਸਕਦਾ? ਵੱਧ ਤੋਂ ਵੱਧ ਉਹ ਕੀ ਕਰੂਗਾ? ਤੁਹਾਨੂੰ ਆਪਣਾ ਕੋਰਟ ਵੱਲ ਡਾਇਰੈਕਟ ਕਰ ਦੂਗਾ, ਕੋਰਟ ਨੂੰ ਕਹਿ ਦੂਗਾ ਕਿ ਤੁਸੀਂ ਆਪਣਾ ਕੇਸ ਸੁਣਿਆ ਜਾਵੇ। ਖੜਿਆਲ ਸਾਹਿਬ, ਫਰਕ ਕੀ ਪੈ ਰਿਹਾ? ਖੜਿਆਲ ਸਾਹਿਬ, ਹੂ ਵਿਲ ਡਿਸਾਈਡ ਕਿ ਇਹ ਜਿਹੜਾ ਵਾਇਲੇਸ਼ਨ ਹੈ, ਹੁਣ ਇਹੀ ਗੱਲ ਤੇ ਨਿਲ ਵਿੱਚ ਕੁਝ ਹੋਰ ਕਹਿ ਰਿਹਾ ਹੈ ਤੇ ਬਹੁਤ ਸਾਰੇ ਸਾਡੇ ਵਰਗ ਕੁਝ ਹੋਰ ਕਹਿ ਰਹੇ ਨੇ। ਉਹ ਕਹਿ ਰਿਹਾ ਕਿ ਇਹਦਾ ਦਿਮਾਗ ਖਰਾਬ ਹੈ, ਇਹਦਾ ਦਿਮਾਗ ਮਸਲ ਦੇਣਾ ਚਾਹੀਦਾ। ਇਹ ਡਿਸਾਈਡ ਕੌਣ ਕਰੂਗਾ ਕਿਹੜੀ ਚੀਜ਼ ਜਿਹੜੀ? ਜੀ ਮੈਂ ਦੱਸਦਾ ਜੀ। ਦੇਖੋ, ਅਨਿਲ ਵਿਜ ਮਿਨਿਸਟਰ ਨੇ BJP ਦੇ ਹਰਿਆਣਾ ਦੇ ਵਿੱਚ। ਇਹ ਇੱਕ ਮਿਨਿਸਟਰ ਬੋਲਦਾ ਹੁੰਦੀ ਕਿ ਮਸਲ ਦਾਂਗੇ। ਹੁਣ ਜਿਹੜੇ ਬੰਦੇ ਨੇ ਗਲਤ ਕਿਹਾ ਕਹਿੰਦੇ ਉਹਨੂੰ ਤਾਂ ਮਸਲਾਂਗੇ, ਜਿਹੜਾ ਉਹਦੀ ਸਪੋਰਟ ਕਰੂਗਾ ਉਹਨੂੰ ਵੀ ਮਸਲਾਂਗੇ। ਇਹਨੇ ਗਲਤ ਸਟੇਟਮੈਂਟ BJP ਨਹੀਂ, ਉਹ ਸਟੇਟਮੈਂਟ ਹੋ ਗਈ। ਮੇਰਾ ਪੁਆਇੰਟ ਆ ਵੀ ਗਲਤ ਠੀਕ ਦਾ ਮੈਂ ਦੱਸਦਾ ਗਲਤ ਕਿਵੇਂ ਡਿਸਾਈਡ ਹੋਊਗਾ ਕਿ ਗਲਤ ਹੈ ਕਿ ਕੀ ਨਹੀਂ ਹੈ। ਦੇਖੋ, ਜਦੋਂ ਹਿਊਮਨ ਰਾਈਟ ਵਾਇਲੇਟ ਹੁੰਦੀ ਹੈ ਉਦੋਂ ਹੀ ਸੂਓ ਮੋਟੋ ਕੌਗਨੀਜ਼ੈਂਸ ਕੋਰਟ ਤਾਂ ਲੈ ਸਕਦਾ, ਬਟ ਇੱਥੇ ਹਰੇਕ ਸ਼ਹਿਰ ਦੇ ਵਿੱਚ ਕਮਿਸ਼ਨਸ ਹੋਣੇ ਚਾਹੀਦੇ ਆ। ਇੱਥੇ ਆਪਣਾ ਸਟੇਟ ਹਿਊਮਨ ਰਾਈਟ ਕਮਿਸ਼ਨ ਇੱਕ ਹੁੰਦਾ ਪੂਰੀ ਸਟੇਟ ਦੇ ਵਿੱਚ, ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਪੂਰੇ ਦੇਸ਼ ਦੇ ਵਿੱਚ ਇੱਕ ਹੈ। ਹਿਊਮਨ ਰਾਈਟ ਵਾਇਲੇਸ਼ਨਸ ਇੰਨੀਆਂ ਹੋ ਰਹੀਆਂ, ਹਰੇਕ ਦਾ ਆਪਣਾ ਕਨਸਟੀਟਿਊਸ਼ਨਲ ਰਾਈਟ, ਹਿਊਮਨ ਰਾਈਟ ਵਾਇਲੇਟ ਹੁੰਦੀ ਹੈ। ਬੰਦਾ ਜਾਵੇ ਕਿੱਥੇ? ਬੰਦੇ ਨੂੰ ਡਰ ਹੈ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਲੌਂਗ ਲੈਂਥੀ ਆਪਣੇ ਪ੍ਰੋਸੀਜਰ ਜਿਹੜੇ ਕੋਰਟ ਦੇ ਵਿੱਚ ਸਾਲਾਂ ਲੱਗ ਜਾਂਦੇ ਆ, ਫੈਸਲਾ ਨਹੀਂ ਹੁੰਦਾ। ਬਟ ਇੰਪੋਰਟੈਂਟ ਚੀਜ਼ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀ ਜੇ ਬੰਦਾ ਬੋਲਦਾ, ਉਹਨੂੰ ਆਪਣਾ ਪ੍ਰੋਸੀਕਿਊਟ ਕੀਤਾ ਜਾਂਦਾ ਹੈ। ਗੋਦੀ ਮੀਡੀਆ, ਐਵਰੀਬਾਡੀ ਨੋਜ਼ ਆਫ ਦੈਟ। ਪਰ ਜਿਹੜੇ ਥੋੜੇ ਬਹੁਤ ਮੀਡੀਆ ਚੈਨਲਸ ਹੈ ਉਹ ਇੰਨਾ ਇੰਪੈਕਟ ਨਹੀਂ ਪਾ ਸਕਦੇ, ਤਾਂ ਬੰਦਾ ਸੋਸ਼ਲ ਮੀਡੀਆ ਤੇ ਹੀ ਬੋਲੂਗਾ, ਤੇ ਜੇ ਸੋਸ਼ਲ ਮੀਡੀਆ ਤੇ ਬੋਲੂਗਾ ਉਹਦੇ ਖਿਲਾਫ ਉਹਨੂੰ ਪ੍ਰੋਸੀਕਿਊਟ ਕੀਤਾ ਜਾਊਗਾ। ਤੇ ਇੰਪੋਰਟੈਂਟ ਚੀਜ਼ ਇਹ ਹੈ ਜੀ ਕਿ ਜਿਵੇਂ ਅਕਾਊਂਟ ਸਸਪੈਂਡ ਹੋਏ ਆ ਟਵਿੱਟਰ ਵੱਲੋਂ, 98% to 95% ਜਿੰਨੇ ਸਰਕਾਰ ਨੇ ਕਹੇ ਸੀ ਅਕਾਊਂਟ ਸਸਪੈਂਡ ਹੋ ਗਏ। ਇਹਨੂੰ ਜਾਂਚਿਆ ਜਾਵੇ, ਉਹਨੂੰ ਪ੍ਰੋਬ ਹੋਵੇ, ਇਨਵੈਸਟੀਗੇਟ ਹੋਵੇ, ਪਤਾ ਤਾਂ ਲੱਗੇ ਸੱਚ ਕੀ ਹੈ। ਸਰ ਚਲੋ, ਐਨੀਵੇ ਤੁਹਾਡਾ ਸਵਾਲ ਆ ਗਿਆ। ਮੈਂ ਭੁੱਲਰ ਸਾਹਿਬ, ਮੈਂ ਅਖੜੀ ਸਾਹਿਬ ਕੋਲ ਜਾਣਾ। ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਹੈ। ਜੋ ਖੜਿਆਲ ਸਾਹਿਬ ਨੇ ਦੱਸਿਆ ਉਹ ਤੇ ਤੁਹਾਡੀ ਜਿਹੜੀ ਹੈ ਸਟੇਟਮੈਂਟ ਕੀ ਹੈ? ਮੈਂ ਕਹਿਣਾ ਕਿ ਹੂ ਵਿਲ ਡਿਸਾਈਡ ਕਿ ਇਹ ਆ ਚੀਜ਼ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਊਗੀ? ਜਿਹਨੇ ਜਿਵੇਂ ਕਹਿੰਦੇ ਨੇ ਦੇਸ਼ ਧਰੋਹ ਹੈ, ਇਹ ਤਾਂ ਇਹ ਦੇਸ਼ ਧਰੋਹ ਕਹਿਣਗੇ। ਕੋਈ ਕਹੂਗਾ ਜਿਵੇਂ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਇਹਦੇ ਨਾਲ ਕੁੜੀ ਦਾ ਧੱਕਾ ਹੋ ਰਿਹਾ। ਡਿਸਾਈਡ ਕੌਣ ਕਰੂਗਾ? ਕਿਹੜੀ ਲਾਈਨ ਹੈ? ਹਾਊ ਵੀ ਵਾਲੀਆ ਸਾਹਿਬ, ਇੱਕ ਹੁੰਦਾ ਮੀਡੀਆ ਟ੍ਰਾਇਲ ਔਰ ਇੱਕ ਹੁੰਦਾ ਐਕਚੁਅਲ ਟ੍ਰਾਇਲ ਜਿਹੜਾ ਹੁੰਦਾ ਆ। ਹੁਣ ਅਸੀਂ ਤਾਂ ਹੈਰਾਨ ਆ ਵੀ ਅਦਾਲਤ ਨੇ ਇੱਕ 21 ਸਾਲ ਦੀ ਕੁੜੀ ਦਾ, ਜਿਹਦੇ ਉੱਤੇ ਸਿਰਫ ਇੱਕ ਸਾਈਬਰ ਕ੍ਰਾਈਮ ਦਾ ਉਹ ਵੀ ਪ੍ਰੋਪਰਲੀ ਪ੍ਰੂਵ ਨਹੀਂ ਹੁੰਦਾ, ਥੀਸ ਆਰ ਮੀਅਰ ਐਲੀਗੇਸ਼ਨ, ਸਿਰਫ ਇਲਜ਼ਾਮਾਤ ਨੇ, ਔਰ 5 ਦਿਨ ਦਾ ਰਿਮਾਂਡ ਦੇ ਦਿੱਤਾ। ਔਰ ਮੈਂ ਖੜਿਆਲ ਸਾਹਿਬ ਦੀ ਗੱਲ ਨੂੰ ਵੱਡਿਆਂ ਕਰੂੰਗਾ। ਸਾਡੇ ਸਾਬਕਾ ਖਜ਼ਾਨਾ ਮੰਤਰੀ ਮੁਲਕ ਦੇ ਔਰ BJP ਦੇ ਸਟਾਲਵਰਟ ਲੀਡਰ ਮਰਹੂਮ ਅਰੁਣ ਜੈਟਲੀ, ਉਹਨਾਂ ਨੇ ਸੰਸਦ ਦੀ ਫਸੀਲ ਤੇ ਖੜੇ ਹੋ ਕੇ ਪਾਰਲੀਮੈਂਟ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ, ਬੜੀ ਧਿਆਨ ਦੇਣ ਵਾਲੀ ਗੱਲ ਹੈ, ਕਿ ਪੋਸਟ ਰਿਟਾਇਰਮੈਂਟ ਅਪੁਆਇੰਟਮੈਂਟਸ ਅਫੈਕਟ ਦਾ ਪ੍ਰੀ ਰਿਟਾਇਰਮੈਂਟ ਜਜਮੈਂਟਸ। ਕਿ ਰਿਟਾਇਰਮੈਂਟ ਤੋਂ ਬਾਅਦ ਜੱਜਾਂ ਨੂੰ ਜਿਹੜੀਆਂ ਕੁਰਸੀਆਂ ਮਿਲਦੀਆਂ ਵਾ, ਜੱਜਾਂ ਦੀਆਂ ਰਿਟਾਇਰਮੈਂਟ ਤੋਂ ਪਹਿਲਾਂ ਨੌਕਰੀ ਦੇ ਦਰਮਿਆਨ ਦੇਣ ਵਾਲੀਆਂ ਜਜਮੈਂਟ ਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀਆਂ। ਇਹ ਗੱਲ ਸੰਸਦ ਦੀ ਫਸੀਲ ਤੇ ਸੰਸਦ 'ਚ ਖੜੇ ਹੋ ਕੇ ਇੱਕ ਕੈਬਨਿਟ ਮਿਨਿਸਟਰ ਵਜ਼ੀਰ ਵੱਲੋਂ, ਖਜ਼ਾਨੇ ਦੇ ਵਜ਼ੀਰ ਵੱਲੋਂ ਕਹਿਣੀ ਬਹੁਤ ਵੱਡੀ ਗੱਲ ਆ।
ਤੇ ਅਸੀਂ ਕਿਹੜੇ ਹਿਊਮਨ ਰਾਈਟਸ ਤੋਂ, ਹਾਲਾਂਕਿ ਜਿਵੇਂ ਅਰਸ਼ਦੀਪ ਨੇ ਕਿਹਾ ਕਿ ਇਹ ਮੇਰੇ ਤੇ ਵੀ ਇਸ ਗੱਲ ਦੀ ਕੰਟੈਂਪਟ ਹੋ ਸਕਦੀ ਹੈ ਕਿ ਤੁਸੀਂ ਪਬਲਿਕ ਪਲੇਟਫਾਰਮ ਤੇ ਬਹਿ ਕੇ ਹਿਊਮਨ ਰਾਈਟਸ ਕਮਿਸ਼ਨ ਦੇ ਬਾਰੇ ਇਸ ਤਰ੍ਹਾਂ ਬੋਲ ਰਹੇ ਹੋ, ਪਰ ਜਿਹੜਾ ਮੰਜ਼ਰ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਦ੍ਰਿਸ਼ਮਾਨ ਹੈ। ਅਸੀਂ ਜੀ ਭੁੱਲਰ ਅਰੁਣ ਜੇਟਲੀ ਸਾਹਿਬ, ਭੁੱਲਰ ਸਾਹਿਬ, ਆਖਰੀ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ ਆਖਰੀ ਸਾਹਿਬ। ਭੁੱਲਰ ਸਾਹਿਬ, ਖਡਿਆਲ ਸਾਹਿਬ, ਕ੍ਰਾਂਤੀਕਾਰੀਆਂ ਦਾ ਇੱਕੋ ਮਿਸ਼ਨ ਹੁੰਦਾ ਸੰਘਰਸ਼। ਔਰ ਜਿਹੜੇ ਹਿਊਮਨ ਰਾਈਟਸ ਦੀ ਆਪਾਂ ਗੱਲ ਕਰਦੇ ਆ, ਜਸਵੰਤ ਸਿੰਘ ਖਾਲੜਾ ਵੀ ਮਨੁੱਖੀ ਹੱਕਾਂ ਦੀ ਗੱਲ ਕਰਦਾ ਸੀ, ਜਿਹਦਾ ਥੋ ਪਤਾ ਨਹੀਂ ਮਿਲਿਆ ਅੱਜ ਤੱਕ। ਔਰ ਜਿਹੜੇ ਵੀ ਹੁਣ ਜਿਹੜੀ ਗ੍ਰੇਟਾ ਥਨਬਰਗ ਹੈ, ਉਹ ਕੀ ਹੈ? ਉਹ ਐਕਟੀਵਿਸਟ ਹੈ ਨਾ, एनवायरमेंट ਦੇ ਪ੍ਰਤੀ ਚਿੰਤਤ ਹੈ ਕਿ एनवायरमेंट ਇੰਨਾ ਪੋਲਿਊਟ ਹੋ ਗਿਆ। ਵਰਲਡ ਲੈਵਲ ਦੀ ਉਹ ਇੱਕ ਨਾਮਵਰ ਸ਼ਕਤੀ ਜਾਂ ਸੰਸਥਾ ਜਾਂ ਵਿਸ਼ੇਸ਼ ਰੁਤਬਾ ਰੱਖਣ ਵਾਲੀ ਲੜਕੀ ਹੈ, ਛੋਟੀ ਉਮਰ ਦੀ। ਗੱਲ ਤਾਂ ਕਰਨ ਦੀ ਹੈ। ਜਿਹੜੀ ਗੱਲ ਖਡਿਆਲ ਸਾਹਿਬ ਨੇ ਕਹੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਕਹਿੰਦੇ ਆ ਕਿ ਅਸੀਂ ਐਮਰਜੈਂਸੀ ਦੀਆਂ ਜੇਲ੍ਹਾਂ ਕੱਟੀਆਂ, ਉਹ ਜੇਲ੍ਹਾਂ ਕੱਟੀਆਂ ਨਹੀਂ ਸੀ, ਇਹਨਾਂ ਨੇ ਸਰੈਂਡਰ ਕੀਤਾ ਸੀ। ਮੈਂ ਦਾਅਵੇ ਨਾਲ ਕਹਿੰਦਾ ਇੰਦਰਾ ਗਾਂਧੀ ਅੱਗੇ ਸਰੈਂਡਰ ਕੀਤਾ ਸੀ ਔਰ ਜੇਲ੍ਹਾਂ 'ਚ ਗਏ ਸੀ। ਜੇਲ੍ਹਾਂ ਕੱਟੀਆਂ ਪੰਜਾਬੀਆਂ ਨੇ, ਪੰਜਾਬ ਨੇ ਜਦੋਂ ਬੂਥ ਲਵਾਇਆ ਸੀ ਕੇਂਦਰ ਦੀ ਸਰਕਾਰ ਦਾ। ਹੁਣ ਵੀ ਪੰਜਾਬੀ ਬੈਠੇ ਆ। ਪੰਜਾਬ ਹਮੇਸ਼ਾ ਕ੍ਰਾਂਤੀਕਾਰੀ ਅੰਦੋਲਨਾਂ 'ਚ ਮੂਹਰੇ ਹੋ ਕੇ ਲੜਦਾ ਰਿਹਾ ਔਰ ਪੰਜਾਬੀਆਂ ਦੇ ਖੂਨ 'ਚ ਜਜ਼ਬਾ ਹੈ। ਮੈਂ ਇਕੱਲੇ ਸਿੱਖਾਂ ਦੀ ਨਹੀਂ ਗੱਲ ਕਰਦਾ, ਪੰਜਾਬੀਆਂ ਦੇ ਖੂਨ 'ਚ ਜਜ਼ਬਾ ਹੈ। ਜਦੋਂ ਅਤਿਆਚਾਰਾਂ ਨਿਆਂ ਹੁੰਦਾ ਤਾਂ ਪੰਜਾਬੀ ਹਮੇਸ਼ਾ ਇੱਕ ਡਾ ਕੇ ਖੜਦਾ, ਭਾਵੇਂ ਦੇਸ਼ ਦੀ ਗੱਲ ਹੋਵੇ, ਭਾਵੇਂ ਸੂਬੇ ਦੀ ਗੱਲ ਹੋਵੇ, ਭਾਵੇਂ ਆਪਣੇ ਸ਼ਹਿਰ ਦੀ ਗੱਲ ਹੋਵੇ। ਪੰਜਾਬੀ ਕਦੇ ਪਿੱਛੇ ਨਹੀਂ ਹਟਦਾ। ਮੈਂ ਇੱਕ ਗੱਲ ਹੋਰ ਵਾਲੀਆ ਦਾ ਕਹਿਣੀ ਚਾਹੁੰਦਾ, ਜਿਹੜੀ ਆਪਾਂ ਟੂਲ ਕਿਟ ਤੇ ਚਰਚਾ ਕਰ ਰਹੇ, ਇਹਦੇ ਵਿੱਚ ਹੀ ਕਿੱਡੀ ਵੱਡੀ ਸਾਜ਼ਿਸ਼ ਜਿਹੜੀ ਮੈਂ ਕਹਿ ਰਿਹਾ, ਛੜਯੰਤਰ ਕਿੱਦਾਂ ਦੇ ਰਚੇ ਜਾ ਰਹੇ ਆ। ਅੱਜ 6 ਵਜੇ ਹੁਣ ਆਪਾਂ ਡਿਬੇਟ ਖਤਮ ਕਰਾਂਗੇ, 6 ਵਜੇ ਹਰਿਆਣਾ ਤੇ ਯੂਪੀ ਦੇ ਕਿਸਾਨਾਂ ਨੂੰ ਸੱਦ ਰਹੇ ਆ। ਕੌਣ ਸੱਦ ਰਹੇ ਆ? JP ਨੱਡਾ ਤੇ ਜਿਹੜੇ ਨਰਿੰਦਰ ਤੋਮਰ ਹੈ ਖੇਤੀਬਾੜੀ ਮੰਤਰੀ। ਕਿਹੜੇ ਕਿਸਾਨ ਹੈ? ਜਿਹੜੇ ਇਹਨਾਂ ਦੇ ਚਾਪਲੂਸ ਲੋਕ ਹੈ, ਉਹਨਾਂ ਨੂੰ ਸੱਦ ਕੇ ਕਿਸਾਨਾਂ ਦੇ ਇਸ ਮਹਾ ਸੰਗਰਾਮ 'ਚ ਡੈਂਟ ਪਾਉਣ ਦੀਆਂ ਗੱਲਾਂ ਕਰ ਰਹੇ। ਆਉਣ ਵਾਲੀ ਕੱਲ ਦੱਸੇਗੀ ਕਿ ਉਹਨਾਂ ਕਿਸਾਨ ਉਹ ਸੰਘਰਸ਼ੀ ਹੈ ਜਾਂ ਬੋਗਸ ਹੈ। ਇਹ ਆਉਣ ਵਾਲਾ ਕੱਲ ਦੱਸੇਗਾ। ਮੈਂ ਇੱਕ ਗੱਲ ਬੇਨਤੀ ਕਰਨੀ ਚਾਹੁੰਦਾ, ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਇਸ ਮੰਚ ਤੋਂ। ਔਰ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਨੇ ਵੀ ਇਸ ਜਿਹੜੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ। ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ, ਦੇਸ਼ ਨੂੰ ਬਚਾਓ। ਦੇਸ਼ ਦਾ ਬਹੁਤ ਵੱਡਾ ਮਾਨ ਸਨਮਾਨ ਅਤੇ ਸਭਿਮਾਨ ਰਿਹਾ ਭਾਰਤ ਦਾ, ਔਰ ਇੰਟਰਨੈਸ਼ਨਲ ਲੈਵਲ ਤੇ ਭਾਰਤ ਦੀ ਇੱਕ ਵੱਖਰੀ ਦਿੱਖ ਸੀ, ਉਹਨੂੰ ਖਰਾਬ ਨਾ ਕਰੀਏ। ਜੀ ਤੁਹਾਡੇ ਤੋਂ ਗਲਤੀਆਂ ਨੂੰ ਸੁਧਾਰ ਲਓ, ਲੋਕਾਂ ਦੇ ਹੱਕ ਦੇ ਦਿਓ। ਲੋਕ ਆਖਰੀ ਸਾਹਿਬ ਕਰੀ ਜਾਣ, ਕਿਉਂ ਲੋਕਾਂ ਨੂੰ ਡਿਸਟਰਬ ਕਰ ਰਹੇ ਹੋ? ਆਖਰੀ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਪ੍ਰੋਗਰਾਮ ਸਮਾਪਤੀ ਵੱਲ ਲੈ ਕੇ ਜਾਵਾਂ, ਦਰਸ਼ਕ ਜੀ ਤੁਹਾਡੀ ਆਖਰੀ ਟਿੱਪਣੀ। ਮੇਰੀ ਆਖਰੀ ਟਿੱਪਣੀ ਇਹੀ ਹੈ, ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਡੇ ਦੇਸ਼ ਦੇ ਵਿੱਚ ਆਈ ਹੈ, ਦੂਜੀ ਇਹਨਾਂ ਦੀ ਟਰਮ ਹੋ ਚੁੱਕੀ ਹੈ, ਤੇ ਸਾਡੀ ਲੋਕਤੰਤਰੀ ਜਿਹੜੀ ਸੰਸਥਾਵਾਂ ਨੇ ਉਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਆ, ਉਹ ਪਹਿਲਾਂ ਵਾਲਾ ਵਕਾਰ ਨਹੀਂ ਰਿਹਾ ਜਿਹੜਾ ਇੱਕ ਸਮੇਂ ਹੁੰਦਾ ਸੀਗਾ। ਤੇ ਇਸ ਸੰਬੰਧ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਜਿਹੜੇ ਲੋਕ ਇਸ ਸਰਕਾਰ ਦੇ ਨਾਲ ਅਸਹਿਮਤ ਹੁੰਦੇ ਨੇ, ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਕੱਢ ਕੇ ਉਹਨਾਂ ਨੂੰ ਕਾਨੂੰਨਾਂ ਦੇ ਅਧੀਨ ਫਸਾਇਆ ਜਾਂਦਾ ਹੈ। ਇਹ ਜਦੋਂ ਆਪਾਂ ਦੱਸੀਏ ਕਿ ਜਦੋਂ ਫਰਾਈਡੇ ਫਾਰ ਫਿਊਚਰ ਸ਼ੁਰੂਆਤ ਹੋਈ ਸੀਗੀ, ਤਾਂ ਇਹਨਾਂ ਜਿੰਨੇ ਵੀ ਐਨਵਾਇਰਮੈਂਟਲਿਸਟ ਸੀਗੇ ਉਹਨਾਂ ਨੂੰ ਵੀ ਡਰਾਇਆ ਗਿਆ CA ਤੇ PA ਦਾ ਜਿਹੜਾ ਐਕਟ ਦੇ ਅਧੀਨ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੇ ਇੱਕ এনवायरमेंट ਇੰਪੈਕਟ ਅਸੈਸਮੈਂਟ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ, ਤੇ ਇਸ ਦਾ ਵੀ ਵਿਰੋਧ ਕੀਤਾ ਗਿਆ ਸੀਗਾ ਇਹ ਰਵੀ ਦਿਸ਼ਾ ਨੇ। ਤਾਂ ਉਹਦੇ ਵਿੱਚ ਉਹਨੇ ਆਟੋ ਰਿਪੋਰਟਰ ਅਫਰੀਕਾ ਕੌਮ ਦੇ ਤੇ ਇੱਕ ਆਪਣਾ ਕਾਲਮ ਲਿਖਿਆ ਸੀਗਾ। ਉਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਭਾਰਤ ਦੇ ਲੋਕ ਜਨ ਵਿਰੋਧੀ ਕਾਨੂੰਨਾਂ ਦਾ ਸ਼ਿਕਾਰ ਹੋ ਰਹੇ ਨੇ ਤੇ ਜਿੱਥੇ ਅਸਹਿਮਤੀ ਦੀ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀ ਜਿਹੜੀਆਂ ਲੋਕ ਇਹ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦੇ ਨੇ, ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਇਹ ਸਰਕਾਰ ਦੇਖਦੀ ਰਹਿੰਦੀ ਹੈ ਵੀ ਕਿੱਥੇ ਕਿੱਥੇ ਇਹ ਵਿਰੋਧ ਕਰਦੇ ਨੇ, ਤਾਂ ਇਸ ਤਰੀਕੇ ਨਾਲ ਫਸਾਇਆ ਜਾ ਰਿਹਾ ਹੈ। ਤੇ ਇਸੇ ਤਰੀਕੇ ਦੇ ਨਾਲ ਹੁਣ ਜਿਹੜਾ ਹੈਗਾ ਇਹ ਜੋ ਕੁਛ ਵੀ ਸਰਕਾਰ ਕਰ ਰਹੀ ਹੈ, ਇਹਦੇ ਨਾਲ ਭਾਵੇਂ ਅਸੀਂ ਬੜੀ ਫੜ ਮਾਰਦੇ ਹਾਂ ਕਿ ਸਾਡਾ ਬਹੁਤ ਦੇਸ਼ ਲੋਕਤੰਤਰੀ ਹੈ, ਇਹ ਲੋਕਤੰਤਰ ਨਹੀਂ ਰਹਿ ਰਿਹਾ ਹੈਗਾ। ਤੇ ਇਸ ਦੇ ਇਹਦੇ ਵਿੱਚ ਨਾ ਤਾਂ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਨਾ ਵਿਰੋਧ ਦੀ ਆਵਾਜ਼ ਸੁਣੀ ਜਾਂਦੀ ਹੈ। ਗੱਲ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਖੂਬਸੂਰਤੀ ਤੇ ਕੁਆਲਿਟੀ ਹੁੰਦੀ ਹੈ ਅਸਹਿਮਤੀ।
ਅਸਹਿਮਤੀ ਨੂੰ ਪ੍ਰਗਟਾਉਣ ਦਾ ਹੱਕ ਦੇਣਾ ਔਰ ਅਸਹਿਮਤੀ ਪ੍ਰਗਟਾਉਣ ਵਾਲੇ ਲੋਕਾਂ ਦਾ ਉਸੇ ਤਰ੍ਹਾਂ ਸਤਿਕਾਰ ਕਰਨਾ, ਇਹ ਲੋਕਤੰਤਰ ਦਾ ਹੈ। ਇੱਕ ਅੱਛਾ ਲੋਕਤੰਤਰ ਉਹਦੀ ਚੱਲਦਾ ਹੈ ਜਦੋਂ ਹਰ ਕਿਸਮ ਦੇ ਫੁੱਲ ਉਸ ਬਾਗ 'ਚ ਖਿੜਦੇ ਨੇ ਜਿਸ ਬਾਗ ਦੀ ਅਸੀਂ ਇੱਕ ਆਦਰਸ਼ ਸੁਪਨਾ ਦੇਖਦੇ ਹਾਂ, ਜਿਸ ਬਾਰੇ ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਯੂਨਿਟੀ ਇਨ ਡਾਇਵਰਸਿਟੀ ਦੇ ਵਿੱਚ ਯੂਨਿਟੀ ਜਿਹੜੀ ਤਾਂ ਨਜ਼ਰ ਆਊਗੀ ਕਿ ਜਿਹੜੇ ਡਾਇਵਰਸ ਨੇ, ਜਿਹੜੇ ਅਲੱਗ-ਅਲੱਗ ਲੋਕ ਨੇ, ਉਹਨਾਂ ਦੀ ਆਵਾਜ਼ ਵੀ ਸੁਣੀ ਜਾਵੇ। ਤੇ ਆਸ ਕਰਦੇ ਹਾਂ ਕਿ ਇਸ ਕਿਸਮ ਦੀ ਜਿਹੜੀ ਸਥਿਤੀ ਜਿਹੜੀ ਅਸੀਂ ਸੋਚ ਰਹੇ ਹਾਂ, ਜਿਹਦਾ ਸੁਪਨਾ ਲੈ ਰਹੇ ਹਾਂ, ਉਹ ਸੁਪਨਾ ਪੂਰਾ ਹੋਵੇ। ਐਨੀਵੇ ਦਰਸ਼ਨ ਸਿੰਘ ਦਰਸ਼ਕ ਜੀ, ਮਨਜਿੰਦਰ ਸਿੰਘ ਭੁੱਲਰ ਸਾਹਿਬ, ਨਰਦੇਵ ਸਿੰਘ ਆਕੜੀ ਸਾਹਿਬ, ਅਰਸ਼ਪ੍ਰੀਤ ਸਿੰਘ ਖੜਿਆਲ ਸਾਹਿਬ, ਤੁਸੀਂ ਆਏ ਤੇ ਆਪਣੀ ਗੱਲ ਸਾਡੇ ਨਾਲ ਸਾਂਝੀ ਕੀਤੀ, ਦਰਸ਼ਕਾਂ ਦੇ ਸਾਹਮਣੇ ਆਪਣੇ ਵਿਊਜ਼ ਰੱਖੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਤੁਹਾਨੂੰ ਮੈਂ ਯਾਦ ਕਰਾਵਾਂ, ਕੱਲ੍ਹ ਸਵੇਰੇ 8:40 ਤੇ ਆਪਾਂ ਮਿਲਣਾ ਖਬਰ ਤੇ ਨਜ਼ਰ ਰਜਿੰਦਰ ਵਾਲੀ ਸ਼ੋਅ 'ਚ। ਕੱਲ੍ਹ ਸ਼ਾਮ ਨੂੰ 5:30 ਵਜੇ ਚਰਚਾ 'ਚ ਫੇਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ।